ਤੁਹਾਡਾ ਸਵਾਗਤ ਹੈ। ਆ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਇਹਨਾਂ ਦਿਨਾਂ ਦੌਰਾਨ ਬੇहद ਤੰਗੀ ਦੇਖਣੀ ਪੈ ਰਹੀ ਕਿਉਂਕਿ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਦੀ ਸਹੂਲਤ ਹੋਣ ਕਾਰਨ ਪ੍ਰਾਈਵੇਟ ਬੱਸਾਂ ਨੂੰ ਪੂਰੀਆਂ ਸਵਾਰੀਆਂ ਨਹੀਂ ਮਿਲਦੀਆਂ। ਡੀਜ਼ਲ ਦੇ ਰੇਟ ਵਿੱਚ ਕਈ ਗੁਣਾ ਵਾਧਾ ਹੋ ਗਿਆ ਹੈ ਪਰ ਸਰਕਾਰ ਨੇ ਕਿਰਾਏ ਵਿੱਚ ਵਾਧਾ ਨਹੀਂ ਕੀਤਾ, ਜਿਸ ਕਾਰਨ ਬੱਸਾਂ ਦਾ ਕਾਰੋਬਾਰ ਹੁਣ ਘਾਟੇ ਦਾ ਸੌਦਾ ਬਣ ਗਿਆ ਹੈ। ਗਰੀਬ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਬੈਠ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਐਂਡ ਗੱਲਬਾਤ ਤੋਂ ਬਾਅਦ ਜਿਹੜਾ ਉਹਦਾ ਸਿੱਟਾ ਨਿਕਲੇ ਜੋ ਵੀ ਸਾਨੂੰ ਵੱਧ ਤੋਂ ਵੱਧ ਕੰਪਨਸੇਟ ਕਰਕੇ ਇਹ ਚੋਂ ਕੱਢਿਆ ਜਾਵੇ। ਇਹ ਟਰਾਂਸਪੋਰਟ ਇੰਡਸਟਰੀ ਹੈ, ਲਾਈਕ ਦੂਜੀ ਇੰਡਸਟਰੀ ਵੀ ਇੱਕ ਇੰਡਸਟਰੀ ਹੈ। ਅਗਰ ਦੂਜੀਆਂ ਇੰਡਸਟਰੀਆਂ ਨੂੰ ਆਪਾਂ ਕੰਪਨਸੇਟ ਕਰਦੇ ਹਾਂ ਤਾਂ ਇਹਨਾਂ ਨੂੰ ਵੀ ਕੰਪਨਸੇਟ ਕਰਨਾ ਚਾਹੀਦਾ ਕਿ ਇਹ ਤਾਂ ਉਹ ਹੈ ਨਹੀਂ ਵੀ ਦੁਕਾਨ 'ਤੇ ਬੰਦਾ ਗਿਆ ਤੇ ਨਹੀਂ ਮਾਲ ਵਿਕਿਆ ਤਾਂ ਉੱਤੇ ਟੈਕਸ ਨਹੀਂ ਲੱਗਣਾ। ਸਾਡਾ ਤਾਂ ਕੰਟੀਨਿਊ ਟੈਕਸ ਲੱਗੀ ਜਾਂਦਾ। ਜਦੋਂ ਅਸੀਂ ਸਵਾਰੀ ਫ੍ਰੀਕੁਐਂਸੀ ਘਟ ਗਈ, ਸਵਾਰੀ ਘਟ ਗਈ, ਕੋਵਿਡ ਦੇ ਟਾਈਮ ਦੇ ਵਿੱਚ ਲੋਕਾਂ ਨੇ ਆਟੋ ਇੰਨੇ ਖਰੀਦ ਲਏ ਕਿ ਸਾਡੀ ਸਵਾਰੀ ਹੈ ਨਹੀਂ ਐਂਡ ਸਾਡਾ ਟੈਕਸ ਉਹੀ ਜਾ ਰਿਹਾ। ਸੋ ਅਸੀਂ ਟੈਕਸ ਕਾਂਟ ਅਫੋਰਡ ਕਰ ਨਹੀਂ ਸਕਦੇ। ਅਗਰ ਅਸੀਂ ਕਰ ਸਕਦੇ ਸਾਰੇ ਦੇ ਦੇਣ। ਮੋਸਟਲੀ ਕਿ ਸਾਰੇ ਹੀ ਜਿਹੜੇ ਆ ਪੰਜਾਬ ਦੇ ਟਰਾਂਸਪੋਰਟਰ ਸਾਰੇ ਹੀ ਜਿਹੜੇ ਆ ਇਸ ਵੇਲੇ ਡਿਫਾਲਟਰ ਹੈ। ਮੇਨ ਮੰਗਾਂ ਕੀ ਨੇ ਅੱਜ ਦੀ ਡੇਟ 'ਚ? ਸਾਡੀਆਂ ਮੇਨ ਮੰਗਾਂ ਇਹ ਹੈਗੀਆਂ ਕਿ ਇੱਕ, ਅਗਰ ਲੇਡੀ ਤੁਸੀਂ ਫ੍ਰੀ ਰੱਖਣੀ ਆ ਮੋਸਟ ਵੈਲਕਮ, ਸਾਨੂੰ ਵੀ ਨਾਲ ਜਿੱਦਾਂ ਤੁਸੀਂ ਢੋਣੇ ਫ੍ਰੀ ਅਸੀਂ ਵੀ ਢੋਵਾਂਗੇ, ਪਰ ਸਾਨੂੰ ਕੰਪਨਸੇਟ ਕਰੋ ਜਿੱਦਾਂ ਤੁਸੀਂ ਸਟੇਟ ਗੌਰਮੈਂਟ ਨੂੰ ਕਰਦੇ ਹੋ, ਅੰਡਰਟੇਕਨ ਨੂੰ ਕਰਦੇ ਹੋ। ਉਹ ਜਿੱਦਾਂ ਉਹ ਟਿਕਟ ਕੱਢਦੇ ਅਸੀਂ ਵੀ ਟਿਕਟ ਕੱਟੀਏ, ਅਸੀਂ ਉਹਦਾ ਬਿੱਲ ਬਣਾ ਕੇ ਤੁਹਾਨੂੰ ਦਈਏ, ਸਾਨੂੰ ਤੁਸੀਂ ਪੈਸੇ ਦੇ ਦਿਓ। ਮੇਨ ਸਾਡੀ ਇਹ ਆ, ਡੀਜ਼ਲ ਵੱਧ ਗਿਆ, ਸਾਡੀ ਚੈਸੀ ਵੱਧ ਗਈ, ਬੋਡੀ ਦੀ ਬਿਲਡਿੰਗ ਵੱਧ ਗਈ, ਟਾਇਰ ਵੱਧ ਗਿਆ, ਕੋਈ ਐਸੀ ਚੀਜ਼ ਨਹੀਂ ਰਹੀ ਜਿਹੜੀ 2-3 ਸਾਲਾਂ 'ਚ ਨਹੀਂ ਰਹੀ। ਐਂਡ ਸਾਡੀ ਇਹ ਵੀ ਮੰਗ ਹੈਗੀ ਹੈ ਕਿ ਉਹਦੇ ਨਾਲ ਸਾਡਾ ਕਿਰਾਇਆ ਵੀ ਜਿਹੜਾ ਵਧਾਇਆ ਜਾਵੇ, ਉਹਨਾਂ ਕੰਪਨਸੇਟ ਕੀਤਾ ਜਾਵੇ। ਸਾਡੀ ਮੇਨ ਮੰਗ ਇਹ ਹੈਗੀ ਆ ਕਿ ਅਸੀਂ ਬਹਿ ਕੇ ਸਾਰਾ ਸੀਐਮ ਨੂੰ ਦੱਸਣਾ ਚਾਹੁੰਦੇ ਆ ਐਂਡ ਸੀਐਮ ਟਾਈਮ ਦੇਣ, ਕਿਉਂਕਿ ਨਹੀਂ ਤਾਂ ਇਹ ਇੰਡਸਟਰੀ ਜਿਹੜੀ ਆ ਇਹ ਖਤਮ ਹੋਣ ਦੇ ਕਿਨਾਰੇ ਆ, ਖਤਮ ਹੋ ਗਈ ਆਲਰੇਡੀ, ਖਤਮ ਦੇ ਕਿਨਾਰੇ ਆ। ਅਗਰ ਕਿਸੇ ਨਾ ਤੁਸੀਂ ਕੰਪਨਸੇਟ ਕੀਤਾ ਤੇ ਇਹ ਕੀ ਹੋਏਗਾ, ਇਹ ਖਤਮ ਹੋ ਜਾਏਗਾ। ਪੰਜਾਬ ਦੇ ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਸ਼੍ਰੀ ਲਾਲਚੰਦ ਕਟਾਰੂ ਚੱਕ ਅੱਜ ਸਨੌਰ ਹਲਕੇ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੁੱਲੇ ਮਾਜਰਾ 'ਚ ਬੂਟਾ ਲਗਾ ਕੇ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਕੋਈ ਵੀ ਹੋਵੇ, ਜੇਕਰ ਕਿਸੇ ਨੇ ਵਨ ਵਿਭਾਗ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਮੰਤਰੀ ਹੋਣ ਜਾਂ ਫਿਰ ਅਫਸਰ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਪੌਦਿਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣਾ ਚਾਹੀਦਾ ਹੈ। ਤੋਂ ਸਹੁੰ ਖਾ ਕੇ ਸਰਕਾਰ ਤੁਰੀ ਹੈ ਔਰ ਇਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਆ ਪੰਜਾਬ ਦੇ ਲੋਕਾਂ ਨਾਲ, ਗਰੰਟੀਆਂ ਦੇ ਰੂਪ 'ਚ ਜਿਹੜੀ ਕਮਿਟਮੈਂਟਸ ਅਸੀਂ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ, ਉਹ ਜਿਹਦੇ ਆਧਾਰ 'ਤੇ ਲੋਕਾਂ ਨੇ ਸਾਨੂੰ ਸੱਤਾ 'ਚ ਭੇਜਿਆ ਆ, ਉਹ ਇੱਕ ਇੱਕ ਕਰਕੇ ਅਸੀਂ ਲਾਗੂ ਕਰਾਂਗੇ। ਸੋ ਥੋੜ੍ਹੇ ਦਿਨ ਪਹਿਲਾਂ ਅਸੀਂ ਪੰਜਾਬ ਦੇ ਲੋਕਾਂ ਨਾਲ ਜਿਹੜਾ ਬਿਜਲੀ ਗਰੰਟੀ ਦਾ ਵਾਅਦਾ ਸੀਗਾ, ਮੋਰ ਦੈਨ 85% ਲੋਕਾਂ ਦਾ ਬਿਜਲੀ ਬਿੱਲ ਪੰਜਾਬ ਦੇ ਅੰਦਰ ਅਗਸਤ ਦੇ ਮਹੀਨੇ ਜ਼ੀਰੋ ਆ ਰਿਹਾ। ਸੋ ਸਹਿਜੇ ਸਾਰੀਆਂ ਹੀ ਜਿਹੜੀਆਂ ਗਰੰਟੀਆਂ ਨੂੰ ਉਹਨੂੰ ਪੂਰੀਆਂ ਕਰਨ ਵਾਲੇ ਪਾਸੇ ਮਾਨਯੋਗ ਮੁੱਖ ਮੰਤਰੀ ਬਹੁਤ ਸਪਸ਼ਟ ਨੇ। ਜਿਹੜੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ ਉਹਨੂੰ ਲਾਗੂ ਕਰਨਾ, ਉੱਤੇ ਖਰੇ ਉਤਰਨਾ, ਇਹ ਸਾਡਾ ਵਾਅਦਾ ਹੈ। ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਪਟਿਆਲਾ ਜੇਲ੍ਹ ਵਿੱਚ ਬੈਠੇ ਹਵਾਲਾਤੀ ਹੁਣ ਗੈਂਗਸਟਰ ਬਣ ਰਹੇ ਹਨ ਤੇ ਆਪਣੇ ਨਾਲ ਜੇਲ੍ਹ ਵਿੱਚ ਬੰਦ ਸਾਥੀਆਂ ਕੋਲੋਂ ਸ਼ਰੇਆਮ ਫਿਰੌਤੀ ਮੰਗ ਰਹੇ ਹਨ ਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਅਧਿਕਾਰੀਆਂ ਉੱਤੇ ਬੇਖੌਫ ਹਮਲੇ ਕਰ ਰਹੇ ਹਨ। ਬੈਰਕ ਦੀ ਤਲਾਸ਼ੀ ਲੈਣਗੇ ਸਹਾਇਕ ਸੁਪਰੀਟੈਂਡੈਂਟ ਉੱਪਰ ਹਵਾਲਾਤੀਆਂ ਨੇ ਬੁਰੀ ਤਰ੍ਹਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਨਾਲ ਸਹਾਇਕ ਸੁਪਰੀਟੈਂਡੈਂਟ ਅਮਰਵੀਰ ਵੀ ਜ਼ਖਮੀ ਹੋ ਗਏ। ਫਿਰੌਤੀ ਵਗੈਰਾ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ, ਉਹਦੀ ਕੰਪਲੇਂਟ ਉਹਨੇ ਸੁਪਰਡੈਂਟ ਜੇਲ੍ਹ ਨੂੰ ਕੀਤੀ ਸੀ। ਉਹਨਾਂ ਨੇ ਪੜਤਾਲ ਕਰਨ ਤੋਂ ਬਾਅਦ ਜਿਹੜਾ ਸੀਗਾ ਸਾਡੇ ਕੋਲ ਕੇਸ ਦਰਜ ਕਰਨ ਵਾਸਤੇ ਭੇਜਿਆ ਸੀ। ਕੇਸ ਰਜਿਸਟਰ ਕੀਤਾ ਗਿਆ, ਉਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜੇ ਬੰਦੇ ਦੇ ਖਿਲਾਫ ਕੇਸ ਰਜਿਸਟਰ ਹੋਇਆ ਉਹਨਾਂ ਨੂੰ ਅਸੀਂ ਪੁਲਿਸ ਕਸਟਡੀ 'ਚ ਲੈਣ ਵਾਸਤੇ ਜਿਹੜਾ ਪ੍ਰੋਡਕਸ਼ਨ ਵਾਰੰਟ ਅੱਜ ਹਾਸਲ ਕੀਤੇ ਨੇ ਕੋਰਟ ਦੇ ਵਿੱਚੋਂ। ਇੱਕ ਨਾ ਦੇ ਦਿਨ ਦੇ ਵਿੱਚ ਉਹਨੂੰ ਅਸੀਂ ਲੈ ਕੇ ਫਰਦਰ ਪੁੱਛਗਿੱਛ ਕਰਾਂਗੇ। ਇੱਕ ਪਾਸੇ ਜਿੱਥੇ ਅੰਮ੍ਰਿਤਸਰ ਵਿਖੇ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਅੱਜ ਜ਼ਬਰਦਸਤ ਐਨਕਾਊਂਟਰ ਦੇ ਕੁੱਲ ਮਿਲਿਆ, ਉੱਥੇ ਹੀ ਪੂਰੇ ਪੰਜਾਬ ਵਿੱਚ ਇਸ ਮਾਮਲੇ ਤੋਂ ਬਾਅਦ ਪੁਲਿਸ ਚੌਕਸੀ ਵਰਤਦੀ ਨਜ਼ਰ ਆ ਰਹੀ ਹੈ। ਇਸ ਦੇ ਚੱਲਦੇ ਪਟਿਆਲਾ ਦੇ ਹਲਕਾ ਸਮਾਣਾ ਵਿਖੇ ਡੀਐਸਪੀ ਸੌਰਵ ਜਿੰਦਲ ਦੀ ਅਗਵਾਈ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਰਚ ਆਪਰੇਸ਼ਨ ਚਲਾਇਆ ਗਿਆ। ਉੱਥੇ ਸਰਚ ਆਪਰੇਸ਼ਨ ਦੌਰਾਨ ਸਮਾਣਾ ਦੇ ਬੱਸ ਸਟੈਂਡ ਵਿਖੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਨੌਜਵਾਨ ਨੂੰ ਪਿਸਟਲ ਸਮੇਤ ਹਿਰਾਸਤ ਵਿੱਚ ਲਿਆ ਗਿਆ।
पिस्टल लेते हैं ना बोलो पिस्टल है तो बोलो पिस्टल बनाना क्या बनानो कड़ी बिठाओ नु गड्डी खोलो करो पिस्टल है बिठाओ बिठाओ नु कमाल हो गई तो है ध्यान पै गया बिठाओ बिठाओ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਖੇ ਕੇਜਰੀਵਾਲ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੰਤਰ ਮੰਤਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸਰਕਾਰ ਤੁਰੰਤ ਰਿਹਾ ਕਰੇ ਕਿਉਂਕਿ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ। ਉਹਨਾਂ ਨੇ ਕੇਜਰੀਵਾਲ ਦੇ ਦੋਹਰੇ ਮਾਪਦੰਡ ਤੇ ਵੀ ਟਿੱਪਣੀ ਕੀਤੀ। ਅੱਜ 11 ਮੈਂਬਰੀ ਕਮੇਟੀ ਕੇਜਰੀਵਾਲ ਨੂੰ ਵੀ ਮਿਲਣ ਗਈ। ਭਾਵੇਂ ਦਿਸ਼ਾਈਆਂ ਮੰਗ ਰਹੇ ਆ ਅਸੀਂ ਤੱਕ ਕੰਦਾ ਦੀ ਰਿਹਾਈ ਮੰਗ ਰਹੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ ਅਸੀਂ ਮੰਗ ਰਹੇ ਆ। कंवर गरेवाल जी ने अपने कौम की जो सोच है जो भावना इस गीत राही दसी है। सिख कौम किते बादशाहियां नहीं मंगती दे तुसी 100 साल का इतिहास श्रोमणी अकाली दल का भी देख लो, देश की आज़ादी तो पहले का इतिहास देख लो, देश की आज़ादी के बाद का इतिहास देख लो। सिख कौम ने जाना कुर्बान कीतियां, शहादतां दित्तियां, कोई बादशाहियां लैन वास्ते नहीं, अपने देश वास्ते। जैतो दे मोर्चे हज़ारा सिंह सिंघणियां शहीद होए, अपनी बादशाही लैन वास्ते नहीं, देश वास्ते। 9वें पातशाह ने अपना सीस दिता, कोई कौम की बादशाही लैन वास्ते नहीं, दूजे धर्म नूं बचाउण वास्ते। आ तां अपना इतिहास है। अज मैं पिछली बार मैं पार्लीमेंट भी कहा सी, सारा पार्लीमेंट नूं कहा सी कि देश की आज़ाद आप बैठे हाँ, पार्लीमेंट बनया, संविधान बनया, इत्थे देश के प्रधानमंत्री मोदी जी बने हैं, होम मिनिस्टर अमित शाह जी है, गांधी परिवार ने 30 साल राज किया है। जे इन्होंने राज किया है सिख कौम करके राज किया है। देश की आज़ादी की लड़ाई वास्ते सब तो वध कुर्बानियां अपने भैन भरावां ने दित्तियां। काला पानी की जेल देख लो, 90% लोग 95% लोग अपने भैन भरा सी। जे तुसी फांसी देखो ज़ैदा ने दित्तियां, अपने भरावां नूं दित्तियां। किसे कोई तमिलनाडु वाले ने कुछ फांसी हुई, किसे होर किसे सूबे वाले नूं फांसी हुई, बादशाहियां उन्होंने लित्तियां, असीं तां कुर्बानियां दित्तियां। सूबे की सत्ताधारी आम आदमी पार्टी सरकार वालों आम लोगों को बेहतर सहूलतां देण दे दाविਆਂ ਦੀ हवा निकलती नजर आ रही है। सरकारी दाविਆਂ ਦੇ उल्ट मोगा ਦਾ सरकारी हस्पताल इस समय समस्यावां ਦਾ केंद्र बनया होया है, जिस कारण स्थिति है कि हस्पताल च पिछले 2 दिनों तो पीण वाला पानी नहीं है, पखाने का बुरा हाल है। इस तो इलावा जिस जगह ते मरीज बैठ के उड़ीक करते हैं उत्थे पक्खियां का भी कोई प्रबंध नहीं है। ਅਸੀਂ ਜੀ ਸੁਬਾਹ ਦੇ ਆਏ ਆ ਜੀ, ਇੱਥੇ ਨਾ ਤਾਂ ਕੋਈ ਪਾਣੀ ਦਾ ਜੀ ਨਾ ਕੋਈ ਬਾਥਰੂਮ ਆ ਜੀ, ਉਹ ਵੀ ਬੰਦ ਕੀਤੇ ਪਏ ਜੀ। ਪਾਣੀ ਦਾ ਜਮਾ ਹੀ ਹੈ ਨਹੀਂ ਜੀ, ਪੀਣ ਨੂੰ ਵੀ ਹੈ ਨਹੀਂ, ਹੱਥ ਧੋਣ ਨੂੰ ਵੀ ਹੈ ਨਹੀਂ, ਤੇ ਪੱਖੇ ਜਮਾ ਹੀ ਨਹੀਂ ਚੱਲਦੇ ਆ। 10 ਚ 2-3 ਮਸਾਂ ਹੀ ਚੱਲਦੇ ਆ ਜੀ। ਬਹੁਤ ਬੁਰਾ ਹਾਲ ਹੈ ਜੀ। ਤੁਸੀਂ ਗੱਲ ਕੀਤੀ ਕਿਸੇ ਨਾਲ? ਨਹੀਂ, ਗੱਲ ਤਾਂ ਸਰ ਜੀ ਕਿਸੇ ਨਾਲ ਨਹੀਂ ਹੋਈ ਜੀ ਸਾਡੀ। ਜਿਵੇਂ ਕੋਈ ਸਟਾਫ ਆਉਂਦਾ ਹੈ, ਕੋਈ ਤੁਸੀਂ ਉਹਨਾਂ ਨਾਲ ਗੱਲ ਕੀਤੀ ਹੋਵੇ? ਨਹੀਂ, ਸਟਾਫ ਨਾਲ ਤਾਂ ਨਹੀਂ ਗੱਲ ਕੀਤੀ, ਕਿਉਂਕਿ ਮਰੀਜ਼ ਸਾਡਾ ਪੇਸ਼ੈਂਟ ਸੀਗਾ ਐਡਮਿਟ, ਤਾਂ ਅਸੀਂ ਉੱਧਰ ਹੀ ਜ਼ਿਆਦਾ ਸੀਗਾ ਜੀ ਧਿਆਨ ਜੀ ਸਾਡਾ।
ਬਾਕੀ ਸਰਕਾਰ ਤੋਂ ਕੀ ਮੰਗ ਹੈ ਤੁਹਾਡੀ? ਸਰਕਾਰ ਤੋਂ ਸਰ ਇਹੀ ਆ ਵੀ ਆ ਪ੍ਰਬੰਧ ਸਹੀ ਹੋਣ ਜੀ, ਪਾਣੀ ਦਾ ਹੋਵੇ ਤੇ ਆ ਪੱਖਿਆਂ ਦਾ ਜੀ। ਪਾਣੀ ਦਾ ਬਹੁਤ ਜ਼ਿਆਦਾ ਆ ਤੇ ਬਾਥਰੂਮ ਦੀ ਬਹੁਤ ਜ਼ਿਆਦਾ ਸਮੱਸਿਆ ਜੀ। ਇੱਥੇ ਜੀ ਕੋਈ ਪ੍ਰਬੰਧ ਨਹੀਂ, 2 ਵਜੇ ਦੇ ਆ ਲੈ ਕੇ ਆਏ ਜੀ ਕੇਸ ਹੋਣਾ ਹੈਗਾ, ਠੀਕ ਹੈ ਕਿ ਨਹੀਂ, ਨਾ ਕੋਈ ਇਹ ਬੈੱਡ ਦਾ ਇੰਤਜ਼ਾਮ ਹੈ ਇੱਥੇ, ਕੁਛ ਨਹੀਂ, ਬਸ ਰਿਪੋਰਟਾਂ ਲੈ ਲਈਆਂ, ਫਾਈਲ ਚੈੱਕ ਕਰ ਲਈ ਤੇ ਕਹਿੰਦੇ ਸਵੇਰੇ ਕੇਸ ਹੋਊਗਾ। ਕੁੜੀ ਤੇ ਦਰਦ ਹੋਈ ਜਾਂਦਾ, ਬੈਠੀ ਹੈ, ਇਹਨਾਂ ਨੂੰ ਕੋਈ ਪਰਵਾਹ ਨਹੀਂ ਗੀ। ਇੱਥੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ, ਠੀਕ ਹੈ ਜੀ, ਇੱਥੇ ਤਗੜੇ ਬੰਦੇ ਦੀ ਸੁਣਵਾਈ ਆ, ਆਮ ਲੋਕਾਂ ਦਾ ਇੱਥੇ ਕੋਈ ਹੈ ਨਹੀਂਗਾ, ਜਾਣੀ ਕਹਿਣ ਦਾ ਮਤਲਬ ਆ ਵੀ ਪ੍ਰਬੰਧ ਕੋਈ ਨਹੀਂਗਾ ਜੀ। ਨਾ ਤਾਂ ਇੱਥੇ ਲੈਟਰੀਨ ਬਾਥਰੂਮ ਦਾ ਪ੍ਰਬੰਧ ਆ, ਨਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਆ, ਨਾ ਇੱਥੇ ਕੋਈ ਪੱਖੇ ਦਾ ਪ੍ਰਬੰਧ ਆ। ਬਾਕੀ ਤੁਸੀਂ ਦੇਖ ਹੀ ਸਕਦੇ ਆ, ਨਾ ਤਾਂ ਕੋਈ ਪੱਖਾ ਚੱਲਦਾ, ਪੱਖੇ 10 ਦੇ ਵਿੱਚੋਂ 3 ਪੱਖੇ ਚੱਲਦੇ ਆ। ਤੁਹਾਡੀ ਸਰਕਾਰ ਤੋਂ ਕੀ ਮੰਗ? ਸਰਕਾਰ ਤੋਂ ਇਹੀ ਮੰਗ ਆ ਜੀ, ਸੁਧਾਰ ਕੀਤਾ ਜਾਵੇ। ਜਾਂ ਤੁਸੀਂ ਦੇਖੀ ਜਾਂਦੇ ਆ, ਬਾਕੀ ਪੱਖੇ ਕੋਈ ਹੈ ਨਹੀਂ ਇੱਥੇ, ਪੈਣ ਬਹਿਣ ਦੀ ਸੁਵਿਧਾ ਹੈ ਨਹੀਂ ਗੀ, ਨਾ ਰਹਿਣ ਸਹਿਣ ਦੀ ਆ। ਬਾਕੀ ਤੁਸੀਂ ਆਪ ਹੀ ਸਿਆਣੇ ਹੋ, ਵੇਖ ਸਕਦੇ ਆ, ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਆ ਇੱਥੇ ਜੀ। ਬਹੁਤ ਔਖਾ ਕੰਮ ਹੋਇਆ ਪਿਆ, ਨਾ ਪਾਣੀ ਇੱਥੇ, ਨਾ ਕੋਈ ਬਿਜਲੀ ਦਾ ਕੋਈ ਪੱਖਾ ਚੱਲਦਾ ਪਿਆ, ਨਾ ਕੋਈ ਹੱਥ ਸਾਫ਼ ਕਰਨ ਨੂੰ ਕੋਈ ਲੈਂਟਰੀ, ਨਾ ਕੋਈ ਕੁਛ ਵੀ ਨਹੀਂ ਇੱਥੇ। ਇਹ ਪਰਸੋਂ ਰਾਤ ਜਿਹੜੀ ਆਂਦੀ ਆਈ ਆ, ਉਹਦੇ ਕਰਕੇ ਤਾਰਾਂ ਦੀ ਸਪਾਰਕ ਹੋਣ ਕਰਕੇ ਇੱਕ ਪਿੱਛੋਂ ਲਾਈਟ ਦਾ ਬਹੁਤ ਜ਼ਿਆਦਾ ਵੋਲਟੇਜ ਹਾਈ ਅਪ ਹੋਇਆ, ਜਿਸ ਕਰਕੇ ਕਾਫੀ ਨੁਕਸਾਨ ਹੋਇਆ ਇਕਵਿਪਮੈਂਟਸ ਦਾ। ਤੇ ਇਸ ਕਰਕੇ ਕੱਲ ਸੰਡੇ ਹੋਣ ਕਰਕੇ ਸਾਨੂੰ ਕਿਤੇ ਵਾਇਰਸ ਨਹੀਂ ਮਿਲੀਆਂ, ਉਹ ਪਰ ਫਿਰ ਵੀ ਅਸੀਂ ਟੈਂਕਰਸ ਪ੍ਰੋਵਾਈਡ ਕੀਤੇ ਆ। ਅੱਜ ਮਾਰਨਿੰਗ ਦੇ ਟੈਂਕਰ ਪਾਣੀ ਸਪਲਾਈ ਕਰ ਰਹੇ ਆ, ਤੇ ਹੁਣ ਤਿੰਨ ਜਿਹੜੀਆਂ ਮੋਟਰਸ ਆ ਉਹ ਆਲਰੇਡੀ ਵਰਕਿੰਗ ਕੰਡੀਸ਼ਨ 'ਚ ਆ। ਮੋਗਾ ਵਿੱਚ ਆਏ ਦਿਨ ਚੋਰੀਆਂ ਹੁੰਦੀਆਂ ਹਨ ਤੇ ਪੁਲਿਸ ਕੁਝ ਵੀ ਨਹੀਂ ਕਰ ਰਹੀ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਢੁੱਡੀਕੇ ਦਾ ਹੈ, ਜਿੱਥੇ ਇੱਕ ਫੈਕਟਰੀ ਦੇ ਅੰਦਰ ਜਾ ਕੇ ਚੋਰਾਂ ਨੇ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਤੇ ਫਿਰ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਨੇ ਕਿਹਾ ਕਿ ਹਾਲਾਂਕਿ ਕੈਮਰੇ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਵੀ ਵਾਰਦਾਤ ਇਹਨਾਂ ਕੈਮਰੇ ਵਿੱਚ ਰਿਕਾਰਡ ਹੋ ਗਈ। ਬਹਰਹਾਲ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਰਹੀ ਹੈ। ਚਲੋ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਵਿਰਲ ਹੈ ਜੀ। ਅਵਿਰਲ ਜੀ, ਤੁਹਾਡੀ ਫੈਕਟਰੀ 'ਚ ਚੋਰੀ ਹੋਈ ਹੈ, ਕਿਵੇਂ ਹੋਈ ਔਰ ਕਿੰਨਾ ਕੁ ਸਮਾਨ ਲੈ ਗਏ? ਭਾਜੀ ਮੈਂ ਕੱਲ ਰਾਤ ਤਕਰੀਬਨ 18 ਤਰੀਕ ਦੀ ਗੱਲ ਹੈ ਇਹ ਰਾਤ ਨੂੰ 12:30 ਵਜੇ 12:15 ਵਜੇ ਆਏ ਆ ਚੋਰ। ਅਸੀਂ ਕੈਮਰੇ ਦੇ ਵਿੱਚ ਦੇਖਿਆ, ਜਿਹਦੇ ਵਿੱਚ ਮੇਰੇ ਕੈਬਿਨ ਦੀ ਇਹਨਾਂ ਨੇ ਭੰਨ ਤੋੜ ਕੀਤੀ ਪਈ ਹੈ। ਮਤਲਬ ਜਦੋਂ ਆਪਣਾ ਦਾਖਲ ਹੁੰਦੇ ਆ ਫੈਕਟਰੀ ਦੇ ਵਿੱਚ, ਪਹਿਲਾਂ ਤਾਂ ਕੈਮਰੇ ਤੋੜਦੇ ਆ ਇਹ, ਉਸ ਤੋਂ ਬਾਅਦ ਮੇਰੇ ਕੈਬਿਨ 'ਚ ਦਾਖਲ ਹੋ ਕੇ ਇਹਨਾਂ ਕਾਫੀ ਭੰਨ ਤੋੜ ਕੀਤੀ ਹੈ। ਮੋਟਰਾਂ ਵਗੈਰਾ ਚੱਕ ਕੇ ਲੈ ਗਏ ਆ, ਪੰਪ ਵਗੈਰਾ ਲੈ ਗਏ ਆ, ਕਰੀਬ 10-12 ਮੋਟਰਾਂ ਸੀਗੀਆਂ ਜੀ, ਪੰਪ ਸੀਗੇ, ਲੀਡਾਂ ਸੀਗੀਆਂ, ਮਤਲਬ ਥੋੜ੍ਹੀ ਬਹੁਤ ਅਸੈਸਰੀ ਸੀਗੀ। ਮੇਰੇ ਗੱਲੇ ਦੇ ਵਿੱਚ ਪੈਸੇ ਪਏ ਸੀ 12,000 ਰੁਪਏ, ਉਹ ਲੈ ਗਏ ਆ। ਮੇਰੇ ਇੱਥੇ ਹੋਰ ਵੀ ਮਤਲਬ ਸਾਰੀ ਫੈਕਟਰੀ 'ਚ ਗੇੜਾ ਕੱਢਦੇ ਰਹੇ ਆ। ਮੇਰੀ ਇੱਥੇ ਨਾਲ ਦੇ ਕਮਰੇ ਦੇ ਵਿੱਚ ਗੱਡੀ ਖੜੀ ਹੁੰਦੀ ਹੈ ਛੋਟਾ ਹਾਥੀ, ਉਹਦੇ ਵਿੱਚੋਂ ਵੀ ਤੇਲ ਵਗੈਰਾ ਲੈ ਗਏ, ਉਹਦੀ ਸਟਿਪਨੀ ਕੱਢ ਕੇ ਲੈ ਗਏ ਆ। ਤੇ ਸਾਡੇ ਗੈਸ ਔਰ ਵੈਲਡਿੰਗ ਵਾਲੇ ਸਿਲੰਡਰ ਹੁੰਦੇ ਆ, ਸਿਲੰਡਰ ਦੇ ਵਿੱਚੋਂ ਗੇਜਾਂ, ਪੱਤੀਆਂ, ਮਤਲਬ ਹੋਰ ਅਸੈਸਰੀ ਜਿਹੜੀਆਂ ਉਹ ਵੀ ਚੱਕ ਕੇ ਲੈ ਗਏ ਆ। ਸੁਲਤਾਨਪੁਰ ਲੋਧੀ 'ਚ ਡੀਐਸਪੀ ਦਫ਼ਤਰ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਕ ਕਿਸਾਨ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਸੁਲਤਾਨਪੁਰ ਲੋਧੀ ਦੇ ਪਿੰਡ ਡੱਡਵਿੰਡੀ ਵਿਖੇ ਇੱਕ ਕਿਸਾਨ ਦੇ ਘਰ ਅੰਦਰ ਜਬਰਨ ਵੜ ਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਮਾਮਲਾ ਕਥਿਤ ਰਾਜਸੀ ਦਖਲ ਅੰਦਾਜ਼ੀ ਤੋਂ ਬਾਅਦ ਉਸ ਨੂੰ ਟਾਲ-ਮਟੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਤੋਂ ਬਾਅਦ ਉਲਟਾ ਕੁੱਟਮਾਰ ਦੇ ਸ਼ਿਕਾਰ ਹੋਏ ਪੀੜਿਤ ਕਿਸਾਨ ਦੇ ਉੱਪਰ ਹੀ SC/ST ਐਕਟ ਸਣੇ ਹੋਰ ਕਈ ਧਾਰਾਵਾਂ ਸਮੇਤ ਮੁਕੱਦਮਾ ਦਰਜ ਕਰ ਦਿੱਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ, ਜੋ ਅੱਜ ਧਰਨਾ ਇੱਥੇ ਥਾਣਾ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਾ DSP ਦੇ, ਉਹਦਾ ਮੁੱਖ ਕਾਰਨ ਇਹ ਆ ਵੀ ਡਡਵਿੰਡੀ ਦੇ ਵਿੱਚ ਥੋੜੇ ਦਿਨ ਪਹਿਲਾਂ ਲੜਾਈ ਹੋਈ ਸੀਗੀ, ਜਿਹਦੇ ਵਿੱਚ ਕੁਝ ਲੋਕਾਂ ਨੂੰ ਘਰੇ ਜਾ ਕੇ ਉਹਦੀ ਕੁੱਟਮਾਰ ਵੀ ਕੀਤੀ ਗਈ ਆ। ਜਨਾਨੀ ਦੀ ਵੀ ਕੁੱਟਮਾਰ ਕੀਤੀ ਆ ਤੇ ਬੰਦੇ ਦੀ ਵੀ ਕੁੱਟਮਾਰ ਕੀਤੀ ਆ, ਪਰ ਉਹਦੇ ਵਿੱਚ ਇੱਕ ਮੋੜਾ ਬਣਾ ਲਿੱਤਾ ਵਾ ਜਿਹਦਾ ਅਸੀਂ ਬਿਲਕੁਲ ਵਿਰੋਧ ਕਰਦੇ ਆ ਵੀ ਕਰ ਰਿਹਾ ਵਾ ਤੇ ਇਹਦੇ ਲਵਾਇਆ ਵਾ। ਇਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਸਿਆਸੀ ਦਬਾਅ ਵੀ ਜਿਹੜਾ ਹੈਗਾ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਇੱਥੇ ਧਰਨਾ ਲਾਇਆ ਵਾ। ਕੁਝ ਜਿਹੜੀਆਂ ਧਰਾਵਾਂ ਵਾ ਉਹ ਇਹਦੇ ਨਾਲ ਲਵਾਈਆਂ ਗਈਆਂ ਵਾ, ਪਰ ਸਾਨੂੰ ਇਸ ਟਾਈਮ DSP ਵੱਲੋਂ ਜਿਹੜਾ ਵਾ ਭਰੋਸਾ ਦਵਾਇਆ ਗਿਆ ਵਾ ਕਿ ਮੈਂ ਥੋੜੇ ਦਿਨਾਂ ਦੇ ਵਿੱਚ ਇਹਦੀ ਜਿਹੜੀ ਸਾਰੀ ਛਾਣਬੀਣ ਕਰਕੇ ਤੇ ਇਹਦੀ ਨਕਵਾਰੀ ਕਰਕੇ ਤੇ ਜਿਹੜੀਆਂ ਗਲਤ ਧਾਰਾਵਾਂ ਜਿਹੜੀਆਂ ਲੱਗੀਆਂ ਵਾ ਉਹਨਾਂ ਨੂੰ ਹਟਾ ਦਿੱਤਾ ਜਾਊਗਾ। ਔਰ ਜੇ ਦਿੱਤੇ ਹੋਏ ਸਮੇਂ ਤੱਕ ਇਹ ਧਾਰਾਵਾਂ ਜਿਹੜੀਆਂ ਵਾ ਉਹ ਖਤਮ ਨਹੀਂ ਕੀਤੀਆਂ ਜਾਂਦੀਆਂ, ਫਿਰ ਅਸੀਂ ਆਪਣੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਕਰਕੇ ਉਸ ਤੋਂ ਬਾਅਦ ਫਿਰ ਜਿਹੜਾ ਵਾ ਅਗਲਾ ਐਕਸ਼ਨ ਕਰਾਂਗੇ ਜੀ। ਇਹਨਾਂ ਵੱਲੋਂ ਸਾਡੇ ਇੱਕ ਪਰਚਾ ਰਜਿਸਟਰ ਹੋਇਆ ਜਿਹਦੇ ਵਿੱਚ SC/ST ਐਕਟ ਲੱਗਾ ਗਿਆ ਤੇ ਇਹਨਾਂ ਵੱਲੋਂ ਰਿਪਰੈਜ਼ੈਂਟੇਸ਼ਨ ਸੀ ਕਿ ਜਿਹੜਾ SC/ST ਐਕਟ ਹੈ ਉਹ ਗਲਤ ਲਗਾਇਆ ਗਿਆ, ਕਿ ਉਹਦੀ ਇਨਕੁਆਇਰੀ ਕਰਕੇ
ਉਹਨੂੰ ਕੱਢਿਆ ਜਾਵੇ। ਅਸੀਂ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਕਿ ਜਿਹੜਾ ਪਰਚਾ ਹੋਇਆ ਉਹ ਕਿਸੇ ਦੇ ਬਿਆਨਾਂ 'ਤੇ ਹੋਇਆ ਤਾਂ ਸਾਨੂੰ ਰਜਿਸਟਰ ਕਰਨਾ ਹੀ ਪੈਣਾ ਸੀਗਾ, ਬਟ ਉਹ ਸਾਨੂੰ ਇੱਕ ਰਿਪਰੈਜ਼ੈਂਟੇਸ਼ਨ ਦੇ ਦੇਣ। ਹੁਣ ਅਸੀਂ ਔਨ ਮੈਰਿਟ ਦੇਖ ਲਾਂਗੇ ਕਿ ਅਗਰ ਪਰਚਾ ਨਹੀਂ ਬਣਦਾ ਹੋਏਗਾ, ਜਿਹਦੇ ਵਿੱਚ SC ਨਹੀਂ ਬਣਦਾ ਹੋਏਗਾ, ਤਾਂ ਉਹ ਇਮੀਡੀਏਟਲੀ ਕੱਢਿਆ ਜਾਏ। ਤਰਨਤਾਰਨ ਦੇ ਪਿੰਡ ਦੁਬਰਜੀ ਸਥਿਤ ਪੁਲਿਸ ਚੌਂਕੀ ਦੇ ਕਰਮਚਾਰੀਆਂ ਦੀ ਕਾਰਜਸ਼ੈਲੀ ਤੋਂ ਨਾਖੁਸ਼ ਲੋਕਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਧਰਨਾ ਦੇ ਕੇ ਆਵਾਜਾਈ ਨੂੰ ਕੀਤਾ ਗਿਆ ਠੱਪ। ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਉਹਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹ ਧਰਨੇ ਤੇ ਬੈਠੇ ਰਹਿਣਗੇ। ਉਧਰ ਸੜਕੀ ਆਵਾਜਾਈ ਬੰਦ ਹੋਣ ਕਰਕੇ ਮੌਕੇ ਤੋਂ ਹਲਕਾ DSP ਜਸਪਾਲ ਸਿੰਘ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਧਰਨੇ ਤੇ ਬੈਠੇ ਲੋਕਾਂ ਨੂੰ ਸਾਰੇ ਮਸਲਿਆਂ ਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ। ਬਾਈ ਆਗੂ ਜਥੇਦਾਰ ਸੁਰਿੰਦਰ ਸਿੰਘ ਗਿੱਲ ਠੱਠੀ ਖਾਰਾ ਇਹ ਦੱਸਣਾ ਚਾਹੁੰਦਾ ਕਿ ਜੋ 2 ਮੋਟਰਸਾਈਕਲ ਚੋਰਾਂ ਸਮੇਤ ਫੜ ਕੇ ਚੌਂਕੀ ਦੁਬਰਜੀ ਵਿੱਚ ਫੜਾਏ ਗਏ ਆ ਤੇ ਚੌਂਕੀ ਵਾਲਿਆਂ ਵੱਲੋਂ ਚੋਰਾਂ ਨੂੰ ਭਜਾ ਦਿੱਤਾ ਗਿਆ। ਇਹ ਧਰਨਾ ਇਸ ਸੰਬੰਧ ਦੇ ਵਿੱਚ ਲੱਗਾ ਵੀ ਚੋਰਾਂ ਨੂੰ ਕਿਉਂ ਭਜਾਇਆ ਗਿਆ, ਇਹ ਬੜੀ ਭੁਗਤਿਆ ਇਹ ਜਿਹੜੀ ਸਾਬਤ ਹੁੰਦੀ ਆ। ਦੂਜਾ ਮਸਲਾ ਇਹ ਆ ਕਿ GCA ਤੇ ਸਰਵੋਤਮ ਕੰਪਨੀਆਂ ਦੇ ਵੱਲੋਂ ਲੱਖਾਂ ਹੀ ਲੋਕਾਂ ਨੂੰ ਲੁੱਟ ਕੇ ਉਹਨਾਂ ਨੂੰ ਕੋਈ ਥੋ ਸੱਤਾ ਨਹੀਂ ਫੜਾਇਆ ਜਾ ਰਿਹਾ, ਉਹ ਵਿਚਾਰੇ ਧੱਕੇ ਖਾ ਰਹੇ ਆ। ਉਹਦੇ ਬਾਰੇ DC ਸਾਹਿਬ ਤੇ SSP ਸਾਹਿਬ ਨੂੰ ਦਰਖਾਸਤ ਦਿੱਤੀ ਆ, ਜਿਹੜੀ DSP ਸਾਹਿਬ ਕੋ ਆਣ ਕੇ ਗਾੜੀ ਠਾਣੀ ਸਿੱਧੇ ਆ ਗਈ ਆ। ਸਾਨੂੰ ਉਹਦੇ ਬਾਰੇ ਕੋਈ ਨਹੀਂ ਦੱਸਿਆ ਗਿਆ ਕਿ ਉਹ ਦਰਖਾਸਤ ਕਿਹਦੇ ਤੇ ਲਾਗੂ ਹੋਈ ਆ, ਕਿਹਨੂੰ ਫੜਿਆ ਗਿਆ ਕਿਹਨੂੰ ਨਹੀਂ ਫੜਿਆ ਗਿਆ। ਇਹਨਾਂ ਦੋਵਾਂ ਗੱਲਾਂ ਨੂੰ ਮੁੱਖ ਰੱਖਦੇ ਹੋਇਆ ਅੱਜ ਦਾ ਧਰਨਾ ਜਿਹੜਾ ਉਹ ਲਾਇਆ ਗਿਆ। ਇਹ ਧਰਨਾ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਉਹ ਭਜਾਏ ਚੋਰ ਇੱਥੇ ਜਾਂਦੇ ਨਹੀਂ ਜਾਂਦੇ ਤੇ ਥਾਣੇ ਜਿਹੜੀ ਆਈ ਸਾਡੀ ਦਰਖਾਸਤ ਆ ਸਿਟੀ ਦੇ ਵਿੱਚ ਉਹਦੇ ਬਾਰੇ ਦੱਸਿਆ ਨਹੀਂ ਜਾਂਦਾ ਵੀ ਉਹਦੇ ਤੇ ਪਰਚਾ। ਅਮਲੋਹ ਦੇ ਨਜ਼ਦੀਕ ਪਿੰਡ ਸਲਾਣੀ ਵਿੱਚ ਚੋਰਾਂ ਵੱਲੋਂ ਆਪਣੇ ਆਪ ਨੂੰ ਬਿਜਲੀ ਮਹਿਕਮੇ ਦੇ ਅਧਿਕਾਰੀ ਦੱਸ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ। ਮਹਿਲਾ ਵੱਲੋਂ ਰੋਲਾ ਪਾਉਣ ਤੋਂ ਬਾਅਦ ਚੋਰ ਉੱਥੇ ਭੱਜ ਗਏ, ਜਿਨ੍ਹਾਂ ਨੂੰ ਮੋਟਰਸਾਈਕਲ ਤੋਂ ਪਿੱਛਾ ਕਰਕੇ ਕਾਬੂ ਕੀਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਲੋਕਾਂ ਵੱਲੋਂ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ। ਉੱਥੇ CCTV ਕੈਮਰੇ ਵਿੱਚ 3 ਵਿਅਕਤੀ ਭੱਜਦੇ ਦਿਖਾਈ ਦਿੰਦੇ ਹਨ। ਉੱਥੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਅਮਰਜੀਤ ਕੌਰ ਹੈ ਜੀ ਮੇਰਾ ਨਾਮ। ਮੈਂ ਜੀ ਘਰ 'ਚ ਇਕੱਲੀ ਸੀਗੀ, ਸਾਡੇ ਘਰ ਦੇ ਕੰਮ ਤੇ ਸੀਗੇ, ਮੇਰਾ ਬੇਟਾ ਗਿਆ ਹੋਇਆ ਸੀਗਾ ਤਾਂ 3 ਬੰਦੇ ਆਏ, ਉਹਨਾਂ ਨੇ ਗੇਟ ਖੜਕਾਇਆ ਤਾਂ ਮੈਂ ਗੇਟ ਕੋਲ ਚਲੇ ਗਈ ਤਾਂ ਮੈਂ ਕਿਹਾ ਤੁਸੀਂ ਕੌਣ ਹੋ? ਕਹਿੰਦੇ ਅਸੀਂ ਬਿਜਲੀ ਦਫ਼ਤਰ 'ਚੋਂ ਆਏ ਆ, ਥੋੜੀ ਸ਼ਿਕਾਇਤ ਆਈ ਹੈ ਵੀ ਤੁਹਾਡੇ 2 AC ਚੱਲਦੇ ਹੈਗੇ ਤਾਂ ਵੀ ਤੁਹਾਡੇ ਤੇ ਜੁਰਮਾਨਾ ਪਾਵਾਂਗੇ ਅਸੀਂ ਵੀ ਤੁਹਾਡਾ ਲੋਡ ਨਹੀਂ ਵਧਿਆ ਹੋਇਆ। ਤਾਂ ਮੈਂ ਕਿਹਾ ਫੇਰ ਆਇਓ ਸਾਡੇ ਘਰ ਦੇ ਘਰੇ ਹੋਣਗੇ। ਕਹਿੰਦੇ ਨਹੀਂ ਅਸੀਂ ਲਾਈਟ ਕੱਟਣ ਲੱਗੇ ਨਹੀਂ ਤਾਂ ਸਾਨੂੰ ਬਿੱਲ ਦਿਖਾਓ ਤੁਹਾਡਾ। ਤਾਂ ਮੈਂ ਗੇਟ ਤਾਂ ਖੋਲ੍ਹਿਆ ਨਹੀਂ ਤਾਂ ਮੈਂ ਅੰਦਰੋਂ ਬਿੱਲ ਕੱਢ ਕੇ ਉਹਨਾਂ ਨੂੰ ਲੋਕ ਖੋਲ੍ਹ ਕੇ ਬਿੱਲ ਦਿਖਾਤਾ ਤਾਂ ਉਹਨਾਂ ਨੇ ਜਦ ਮੇਰਾ ਬਿੱਲ ਦੇਖ ਕੇ ਫਿਰ ਕਹਿੰਦਾ ਵੀ ਤੁਸੀਂ ਕੁੰਡੀ ਲਾਉਂਦੇ ਆ ਵੀ ਤੁਹਾਡਾ ਬਿੱਲ ਘੱਟ ਆਉਂਦਾ ਗਾ। ਤਾਂ ਉਹ ਸਾਡੇ ਅੰਦਰ ਚਲੇ ਗਏ ਤਾਂ ਮੈਨੂੰ ਕਹਿਣ ਲੱਗੇ ਵੀ ਤੁਸੀਂ ਕੁੰਡੀ ਲਾਉਂਦੇ। ਮੈਂ ਕਿਹਾ ਦੇਖ ਲਓ ਵੀ ਅੰਦਰ ਕੁੰਡੀ ਕਿੱਥੇ ਲੱਗੀ ਹੋਈ ਹੈ। ਕਹਿੰਦਾ ਨਹੀਂ ਅੰਦਰ ਆ ਕੇ ਦਿਖਾਓ। ਤਾਂ ਰਸੋਈ 'ਚ ਉਹਨਾਂ ਨੇ ਮੇਰੀ ਰਸੋਈ 'ਚ ਖੋਲ੍ਹ ਕੇ ਦੇਖਿਆ, ਦੂਜਾ ਕਮਰਾ ਦੇਖਿਆ, ਇੱਧਰਲੇ ਕਮਰੇ ਨੂੰ ਮੇਰੀ ਕੁੰਡੀ ਲੱਗੀ ਹੋਈ ਸੀ। ਕਹਿੰਦਾ ਇੱਧਰ ਅੰਦਰ ਵੜ ਕੇ ਦਿਖਾਓ। ਮੈਂ ਕਿਹਾ ਮੈਂ ਇੱਧਰ ਨਹੀਂ ਜਾਣਾ ਹੈਗਾ, ਤੁਸੀਂ ਜੋ ਵੀ ਦੇਖਣਾ ਅੰਦਰ ਵੜ ਕੇ ਦੇਖ ਲਓ, ਅੰਦਰ ਵੜ ਕੇ ਦੇਖ ਲਓ। ਕਹਿੰਦਾ ਨਹੀਂ ਤੁਸੀਂ ਖੋਲ੍ਹ ਕੇ ਦਿਖਾਓ। ਮੈਂ ਕੁੰਡਾ ਨਹੀਂ ਖੋਲ੍ਹਿਆ। ਇੱਕ ਬੰਦੇ ਨੇ ਨਾ ਮੈਨੂੰ ਬਾਂਹ ਖਿੱਚ ਕੇ ਘੜੀਸ ਕੇ ਮੈਨੂੰ ਲੋਬੀ 'ਚੋਂ ਅੰਦਰ ਲੈ ਕੇ ਜਾਂਦਾ ਸੀ। ਤਾਂ ਮੈਂ ਮੋਟਰਸਾਈਕਲ ਸਾਡਾ ਲੋਬੀ 'ਚ ਖੜਿਆ ਸੀ ਤਾਂ ਮੈਂ ਜਦੋਂ ਤੋਂ ਬਾਂਹ ਚੜਾਈ ਮੈਂ ਪਿੱਛੇ ਨੂੰ ਗਿਰ ਗਈ ਤਾਂ ਉਹਨਾਂ ਨੇ ਮੇਰੇ ਨਾਲੇ ਕੁੱਟਮਾਰ ਕੀਤੀ, ਉਹਨਾਂ ਨਾਲ ਮੇਰਾ ਗਲ ਕੁੱਟਤਾ ਤੇ ਦੇਖ ਲਓ ਮੇਰੇ ਕਿੰਨੇ ਨਿਸ਼ਾਨ ਪਏ ਹੋਣਗੇ। ਕਹਿੰਦੇ ਹਨ ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਮੰਜ਼ਿਲ ਉੱਤੇ ਪਹੁੰਚਣਾ ਬਹੁਤ ਔਖਾ ਨਹੀਂ ਹੁੰਦਾ। ਇਸੇ ਗੱਲ ਨੂੰ ਲੈ ਕੇ ਚੱਲਿਆ ਗੁਰਦਾਸਪੁਰ ਦੇ ਪਿੰਡ ਭੁੱਲਰ ਦਾ ਇਹ 20 ਸਾਲ ਦਾ ਨੌਜਵਾਨ ਆਕਾਸ਼ਦੀਪ ਸਿੰਘ ਭੁੱਲਰ, ਜਿਸ ਨੇ 5 ਸਾਲ ਦੀ ਉਮਰ ਵਿੱਚ ਸ਼ੌਕ ਨਾਲ ਪੇਂਟਿੰਗ ਸ਼ੁਰੂ ਕੀਤੀ ਅਤੇ ਅੱਜ ਲਗਭਗ 15 ਸਾਲ ਹੋ ਗਏ ਆਕਾਸ਼ ਨੂੰ ਪੇਂਟਿੰਗ ਕਰਦੇ ਹੋਏ ਤੇ ਹੁਣ ਸਿਰਫ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨ ਲਈ ਅਤੇ ਆਪਣਾ ਨਾਮ ਚਮਕਾਉਣ ਲਈ ਇਸ ਪੇਂਟਿੰਗ ਨੂੰ ਨਹੀਂ ਛੱਡਣਾ ਚਾਹੁੰਦਾ ਤੇ ਆਕਾਸ਼ਦੀਪ ਨੂੰ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਦੀ ਵੀ ਪੂਰੀ ਸਪੋਰਟ ਹੈ। ਆਕਾਸ਼ ਨੇ ਦੱਸਿਆ ਕਿ ਉਸਨੇ ਇੱਕ ਗਰੀਬ ਪਰਿਵਾਰ ਵਿੱਚ ਜਨਮ ਲਿਆ ਤੇ ਮਾਂ-ਬਾਪ ਨੇ ਕਦੇ ਵੀ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਉਸਨੇ ਕਿਹਾ ਕਿ ਮੇਰੇ ਮਾਂ-ਬਾਪ ਨੇ ਕਦੇ ਵੀ ਮੈਨੂੰ ਮੇਰੀ ਇਸ ਪੇਂਟਿੰਗ ਦੇ ਕੰਮ ਤੋਂ ਨਹੀਂ ਰੋਕਿਆ। ਮੈਂ 5 ਸਾਲ ਦੀ ਉਮਰ ਦਾ ਸੀ ਜਦ ਦਾ ਮੈਨੂੰ ਪੇਂਟਿੰਗ ਦਾ ਸ਼ੌਕ ਪਿਆ ਹੈ। ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਵੀ ਮੇਰਾ ਬਹੁਤ ਸਾਥ ਦਿੱਤਾ। ਉਸਨੇ ਫ੍ਰੀ ਵਿੱਚ ਮੈਨੂੰ ਪ੍ਰਮੋਟ ਕੀਤਾ ਅਤੇ ਮੇਰੇ ਨਾਲ ਮੇਰੇ ਲੋਕਾਂ ਨੇ ਪੇਂਟਿੰਗ ਬਣਵਾਉਣੀ ਸ਼ੁਰੂ ਕੀਤੀ ਅਤੇ 10,000 ਰੁਪਏ ਮਹੀਨਾ ਮੈਂ ਕਮਾਉਣ ਲੱਗ ਗਿਆ। ਮੈਂ ਇੱਕ ਆਰਟਿਸਟ ਬਣਨਾ ਚਾਹੁੰਦਾ। ਮੇਰੀ ਸ਼ੁਰੂ ਤੋਂ ਇਹ ਸ਼ੌਂਕ ਸੀ ਤੇ ਮੈਂ ਨਿੱਕੇ ਜਿਹੇ ਘਰ ਚੋਂ ਉੱਠ ਕੇ ਨਿੱਕੇ ਜਿਹੇ ਪਿੰਡ 'ਚ ਉੱਠ ਕੇ ਆਪਣਾ ਨਾਮ ਰੋਸ਼ਨ ਕਰਨਾ ਚਾਹੁੰਦਾ, ਆਪਣੇ ਬੇਬੇ ਬਾਪੂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਤੇ ਆਪਣੇ ਪਿੰਡ ਦਾ ਵੀ ਨਾਮ ਰੋਸ਼ਨ ਕਰਨਾ ਚਾਹੁੰਦਾ। ਮੈਂ 5 ਸਾਲ ਦਾ ਸੀ ਜਦੋਂ ਤੋਂ ਮੈਂ ਆਪਣਾ ਸਟਾਰਟ ਕੀਤਾ ਕੰਮ। ਮੈਨੂੰ ਬਹੁਤ ਸ਼ੌਂਕ ਸੀ ਪੇਂਟਿੰਗ ਦਾ ਸ਼ੁਰੂ ਤੋਂ ਹੀ
ਤੇ ਮੈਂ 5 ਸਾਲ ਦਾ ਸੀ ਜਦੋਂ ਤੋਂ ਸ਼ੁਰੂ ਕੀਤਾ ਤੇ ਮੈਂ ਅੱਜ ਤੱਕ ਇਹ ਸ਼ੌਂਕ ਕਰਦਾ ਆਉਣ ਡਿਆ, ਆਪਣਾ ਤਿਆਰੀ ਕਰਦਾ ਆਉਣ ਡਿਆ ਤੇ ਇਦਾਂ ਬਸ ਰੀਲਾਂ ਪਾਉਂਦਾ ਆਉਣ ਡਿਆ ਤੇ ਮੇਰੇ ਜਿੰਨਾ ਮੈਂ ਦੱਸਣਾ ਚਾਹੁੰਦਾ, ਮੈਨੂੰ ਕਹਿੰਦਾ ਸੀਗਾ ਵੀ ਵੀਰੇ ਮੇਰੀ ਤੂੰ ਸਟੋਰੀ ਲਾ ਦਿਆ ਕਰ। ਮੈਂ ਕਿਹਾ ਕੋਈ ਗੱਲ ਨਹੀਂ ਯਾਰ, ਜੇ ਤੇਰਾ ਸਟੋਰੀ ਦੇ ਨਾਲ ਘਰ ਚੱਲਦਾ ਹੈ ਤੇ ਸਾਨੂੰ ਹੋਰ ਕੀ ਚਾਹੀਦਾ ਨਾ, ਵੀ ਤੇਰੀ ਰੋਜੀ ਰੋਟੀ ਚੱਲ ਜੀ, ਹੋਰ ਕੀ ਚਾਹੀਦਾ। ਫਿਰ ਮੈਂ ਇਹਨੂੰ ਆਖਿਆ ਵੀ ਤੂੰ ਜਿਹੜਾ ਨਹੀਂ ਇਹਨਾਂ ਦਾ ਥੋੜ੍ਹਾ ਰੇਟ ਰੱਖ। ਕਹਿੰਦਾ ਮੈਂ 100 ਰੁਪਏ ਚੀਜ਼ ਦੇ ਦੇਣਾ ਹੈ। ਮੈਂ ਕਿਹਾ 100 ਰੁਪਏ ਤੂੰ ਇਹ ਫੋਟੋ ਕਿਉਂ ਦੇਣਾ ਹੈ? ਫਿਰ ਮੈਨੂੰ ਆਖਿਆ ਤੂੰ ਇਹਦਾ ਰੇਟ ਇੰਨਾ ਰੱਖ, ਵੱਡੇ ਸਾਈਜ਼ ਦੀ ਫੋਟੋ ਉਹਦਾ ਰੇਟ ਥੋੜ੍ਹਾ ਜ਼ਿਆਦਾ ਰੱਖ, ਛੋਟੇ ਸਾਈਜ਼ ਦੀ ਫੋਟੋ ਦਾ ਥੋੜ੍ਹਾ ਘੱਟ ਰੱਖ। ਫਿਰ ਮੈਂ ਇੰਸਟਾਗ੍ਰਾਮ ਆਈਡੀ ਬਾਰੇ ਇਹਨੂੰ ਕਿਹਾ, ਫਿਰ ਇਹਨੇ ਬਣਾਈ, ਫਿਰ ਇਹਨੂੰ ਮੈਂ ਰੇਟ ਦੱਸਿਆ, ਫਿਰ ਇਹ ਉਹ ਰੇਟ ਦੇ ਮੁਤਾਬਕ ਜਿਹੜੀਆਂ ਤਸਵੀਰਾਂ ਜਿਹੜੀਆਂ ਇਹਨੇ ਵੇਚਣ ਲੱਗ ਪਿਆ। ਮੈਂ ਕਿਹਾ ਤੇਰਾ ਕੰਮ ਬਹੁਤ ਸੋਹਣਾ, ਮੈਂ ਚੱਲਣਾ ਵੀ ਬੜਾ। ਮੈਂ ਕਿਹਾ ਲੋਕਾਂ ਨੂੰ ਇੱਕ ਚਾਅ ਹੁੰਦਾ ਆਪਣੀ ਭੈਣ ਨੂੰ ਅਸੀਂ ਗਿਫਟ ਦਈਏ ਫੋਟੋ ਬਣਾ ਕੇ, ਆਪਣੇ ਭਰਾ ਨੂੰ ਦਈਏ ਗਿਫਟ ਬਣਾ ਕੇ, ਜੀਜੇ ਨੂੰ ਦਈਏ ਗਿਫਟ ਬਣਾ ਕੇ। ਮੈਂ ਇੱਦਾਂ ਦੇ ਬੜੇ ਚਾਅ ਹੁੰਦੇ ਤੇ ਮੈਂ ਕਿਹਾ ਲੋਕਾਂ ਨੇ ਚਾਅ ਦੇ ਨਾਲ ਵੀ ਬਹੁਤ ਬਣਾਉਣੀ ਤੇ ਮੈਂ ਕਿਹਾ ਕੰਮ ਚੱਲਣਾ ਵੀ ਬੜਾ ਆ। ਤੇ ਮੈਂ ਕਿਹਾ ਇਸ ਕਰਕੇ ਤੂੰ ਇੱਦਾਂ ਕਰਕੇ ਇਹਦਾ ਰੇਟ ਰੱਖ ਵੀ। ਤੇ ਫਿਰ ਉਹਨੇ ਮੇਰੀ ਗੱਲ ਮੰਨ ਲਈ ਸੀ। ਮੌਸਮ ਵਿਭਾਗ ਵੱਲੋਂ 21 ਜੁਲਾਈ ਤੇ 22 ਜੁਲਾਈ ਵਾਰੀ ਬਾਰਿਸ਼ ਦਾ ਰੈੱਡ ਅਲਰਟ ਕੀਤਾ ਗਿਆ। ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਇੱਕ ਸੰਦੇਸ਼ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਸਤਰਕ ਰਹਿਣ ਲਈ ਕਿਹਾ ਹੈ ਤੇ ਕਿਸੇ ਵੀ ਆਫਤ ਆਉਣ ਤੇ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਤੇ ਉਹਨਾਂ ਕਿਹਾ ਕਿ ਹੜ੍ਹ ਦੀ ਸਥਿਤੀ ਲਈ ਨਿਬੜਨ ਲਈ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਤੇ ਜੇਕਰ ਕੋਈ ਮੁਸੀਬਤ ਆਉਂਦੀ ਹੈ ਤਾਂ ਕੰਟਰੋਲ ਰੂਮ ਦੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਤਾਂ ਜੋ ਪ੍ਰਸ਼ਾਸਨ ਉਹਨਾਂ ਦੀ ਸਹਾਇਤਾ ਕਰ ਸਕਣ। ਮੌਸਮ ਵਿਭਾਗ ਤੋਂ ਚੇਤਾਵਨੀ ਪ੍ਰਾਪਤ ਹੋਈ ਹੈ ਕਿ ਮਿਤੀ 21 ਜੁਲਾਈ ਅਤੇ 22 ਜੁਲਾਈ ਨੂੰ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਵੱਲੋਂ ਸੰਭਾਵੀ ਖਤਰੇ ਨਾਲ, ਸੰਭਾਵੀ ਹੜ੍ਹਾਂ ਦਾ ਜਾਂ ਜਲ ਭਰਾਵ ਦੇ ਖਤਰੇ ਨਾਲ ਨਜਿੱਠਣ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਆਪ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਅਜਿਹੀ ਸਥਿਤੀ ਵਿੱਚ ਚੌਕਸੀ ਵਰਤੋ। ਜੇਕਰ ਪਾਣੀ ਦੀ ਜਲ ਭਰਾਵ ਦੀ ਸਮੱਸਿਆ ਆਉਂਦੀ ਹੈ ਜਾਂ ਸੰਭਾਵੀ ਹੜ੍ਹ ਦਾ ਖਤਰਾ ਨਜ਼ਰ ਆਉਂਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਨੰਬਰ ਹੈ 016522298082। ਇਸ ਨੰਬਰ ਤੇ ਕਿਰਪਾ ਕਰਕੇ ਸੂਚਨਾ ਦਿੱਤੀ ਜਾਵੇ ਤਾਂ ਜੋ ਪ੍ਰਸ਼ਾਸਨ ਆਪ ਦੀ ਸਹਾਇਤਾ ਕਰ ਸਕੇ। ਧੰਨਵਾਦ। ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਦਿੱਲੀ ਤੋਂ ਟ੍ਰਾਂਜ਼ਿਟ ਰਿਮਾਂਡ ਤੇ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਰਿਮਾਂਡ ਖਤਮ ਹੋਣ ਉਪਰੰਤ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਅੱਜ JMIC ਗੁਰਸ਼ੇਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁਕਤਸਰ ਪੁਲਿਸ ਟ੍ਰਾਂਜ਼ਿਟ ਰਿਮਾਂਡ ਤੇ ਲੈ ਗਈ। ਪਾਤੜਾ ਇਲਾਕੇ 'ਚ ਬੀਤੀ ਰਾਤ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਵਾਰਡ ਨੰਬਰ 9 'ਚ ਇੱਕ ਮਕਾਨ ਦੇ ਡਿੱਗ ਜਾਣ ਨਾਲ ਪਰਿਵਾਰ ਦੇ 5 ਮੈਂਬਰ ਮਲਬੇ ਥੱਲੇ ਦਬ ਗਏ। ਸੂਚਨਾ ਮਿਲਣ ਤੇ ਪੁੱਜੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਇਹਨਾਂ ਨੂੰ ਬਾਹਰ ਕੱਢਿਆ, ਪਰ ਇਹਨਾਂ 'ਚੋਂ 4 ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਸਿਰ 'ਚ ਸੱਟ ਵੱਜਣ ਨਾਲ ਜ਼ਖਮੀ ਹੋਏ 5ਵੇਂ ਮੈਂਬਰ ਦੀ ਹਾਲਤ ਖਤਰੇ ਤੋਂ ਬਾਹਰ ਹੈ। 6 ਵਜੇ ਜੀ ਸਵੇਰੇ। ਤੇ ਕਿੰਨੇ ਬੰਦੇ ਇਸ ਦੇ ਵਿੱਚ ਸੀ? 5 ਬੰਦੇ ਸੀਗੇ ਜੀ ਇਹਦੇ ਵਿੱਚ, ਇੱਕ ਮਾਤਾ ਪਿਤਾ, ਇੱਕ ਲੜਕੀ ਔਰ 2 ਮੁੰਡੇ। ਤੇ ਕਿੰਨੇ ਦੀ ਡੈਥ ਹੋਈ ਇਸ 'ਚ? ਇਹਦੇ 4 ਦੀ ਡੈਥ ਹੋ ਗਈ ਜੀ। ਇੱਕ ਠੀਕ ਹੈ? ਹਾਂ, ਇੱਕ ਮੁੰਡਾ ਠੀਕ ਹੈ ਜੀ। ਰਾਤ ਦੀ ਬਰਸਾਤ ਹੋ ਰਹੀ ਆ ਤੇ ਇਹ ਰਾਜਕੁਮਾਰ ਜਿਹੜਾ ਇੱਥੇ ਕਿਰਾਏ ਤੇ ਰਹਿੰਦਾ ਧਾਨਕ ਬਸਤੀ ਦੇ ਵਿੱਚ ਵਾਰਡ ਨੰਬਰ 9 ਵਿੱਚ ਲੇਬਰਮੈਨ ਹੈ। ਇਹਦੇ ਪਰਿਵਾਰ ਸਮੇਤ ਇਹਦੇ 5 ਜੀ ਰਹਿੰਦੇ ਸੀਗੇ, ਜਿਨ੍ਹਾਂ ਵਿੱਚ ਰਾਤ ਬਰਸਾਤ ਦੇ ਨਾਲ ਛੱਤ ਡਿੱਗ ਪਈ ਆ ਤੇ ਛੱਤ ਡਿੱਗਣ ਦੇ ਨਾਲ ਇਹ ਵਿਚਾਰੇ ਥੱਲੇ ਆ ਗਏ ਉੱਥੇ ਮਲਬੇ ਦੇ। ਜਿਹੜੇ ਰਾਜੂ ਦੀ ਪਤਨੀ, ਇੱਕ ਉਹਦੀ ਬੇਟੀ ਤੇ ਇੱਕ ਉਹਦੇ ਬੇਟੇ ਦੀ ਜਿਹੜੀ ਡੈਥ ਹੋ ਗਈ ਆ। ਉਹਨਾਂ ਨੂੰ ਹਸਪੀਟਲ ਲਾ ਕੇ ਡਾਕਟਰ ਸਾਹਿਬ ਨੇ ਡਿਕਲੇਅਰ ਕਰਦਾ ਤੇ ਇੱਕ ਬੱਚਾ ਠੀਕ ਆ ਉਹਨਾਂ ਦੇ, ਨੋਰਮਲ ਆ ਤੇ ਉਹਦੀ ਇਲਾਜ ਚੱਲ ਰਿਹਾ। ਟੋਟਲ ਕਿੰਨੀ ਡੈਥ ਹੋਈ ਹੈ? 4 ਬੰਦਿਆਂ ਦੀ ਡੈਥ ਹੋ ਗਈ ਹੈ, 2 ਲੇਡੀਜ਼ ਹੈ। ਤੇ ਹੁਣ ਪੁਲਿਸ ਦੀ ਕੀ ਕਾਰਵਾਈ ਚੱਲ ਰਹੀ ਹੈ? ਅਸੀਂ ਇਹਨਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪੀਟਲ ਸ਼ਿਫਟ ਕਰਕੇ ਇਹਨਾਂ ਨੂੰ ਪੋਸਟਮਾਰਟਮ ਕਰਾ ਕੇ ਜਿਹੜੀ ਜੋ ਵੀ ਕਾਰਵਾਈ ਬਣਦੀ ਉਹ ਕਾਰਵਾਈ ਕਰਾਂਗੇ। ਐਮਐਲਏ ਸਾਹਿਬ, ਤੁਸੀਂ ਇਸ ਇਲਾਕੇ ਦੇ ਐਮਐਲਏ ਹੋ, ਇਹ ਹਾਦਸਾ ਹੋਇਆ ਹੈ, ਤੁਸੀਂ ਕੀ ਕਹਿਣਾ ਇਸ ਹਾਦਸੇ ਦੇ ਉੱਤੇ? ਔਰ ਮੈਂ ਪਹਿਲੇ ਕਿਹਾ, ਮੈਂ ਕੀ ਕਹਾਂ, ਬਹੁਤ ਵੱਡਾ ਮਤਲਬ ਨੁਕਸਾਨ ਹੋ ਗਿਆ, ਐਡੀ ਵੱਡੀ ਟ੍ਰੈਜਡੀ ਹੋਈ ਆ ਪਰਿਵਾਰ ਦੇ ਨਾਲ। ਯਾਰ ਸ਼ਬਦ ਹੀ ਹੈ ਨਹੀਂ ਬੋਲਣ ਨੂੰ, ਕੀ ਬੋਲਾਂ। ਸਰਕਾਰ ਵੱਲੋਂ ਕੁਝ ਪਰਿਵਾਰ ਸਰਕਾਰ ਵੱਲੋਂ ਮੈਂ ਕਰਵਾ ਰਿਹਾ, ਜਿਹੜਾ ਬੇਟਾ ਉਹਨਾਂ ਦਾ ਠੀਕ ਹੈਗਾ, ਉਹ ਆਪਣੇ DC ਸਾਹਿਬ ਨਾਲ ਮੇਰੀ ਗੱਲ ਹੋ ਗਈ ਆ, ਉਹ ਆਪਣਾ ਜਿਹੜਾ ਹੈਗਾ ਸਟਾਫ ਭੇਜ ਕੇ ਬੱਚੇ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਕੇ ਉਹਦੀ ਦੇਖਭਾਲ ਹੈ ਜਿਹੜੀ ਬੱਚੇ ਦੀ ਕਰਨਗੇ, ਬਾਕੀ ਉਹਨੂੰ ਸਮਾਣਾ ਦੇ ਵਿੱਚ ਭੇਜਦੇ ਉਹਨਾਂ ਦੇ ਪੋਸਟਮਾਰਟਮ ਦੇ ਲਈ। ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਪੁੰਜੇ ਯਾਤਰੀ ਕੋਲੋਂ ਹਵਾਈ ਅੱਡੇ ਤੇ ਤੈਨਾਤ ਕਸਟਮ ਸਟਾਫ ਦੀ ਟੀਮ ਵੱਲੋਂ ਕੀਤੀ ਬਾਰੀਕੀ ਨਾਲ ਜਾਂਚ ਪੜਤਾਲ ਦੌਰਾਨ ਇੱਕ ਯਾਤਰੀ ਕੋਲੋਂ 933.2 ਗ੍ਰਾਮ ਦੇ 8 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 49.27 ਲੱਖ ਦੱਸੀ ਜਾ ਰਹੀ ਹੈ। ਇਹ ਯਾਤਰੀ ਦੁਬਈ ਤੋਂ ਸਪਾਈਸ ਜੈਟ ਦੀ ਉਡਾਨ
ਨੰਬਰ SG 56 ਤੋਂ ਇੱਥੇ ਪੁੱਜਿਆ ਸੀ ਤੇ ਇਸ ਦੇ ਸਮਾਨ 'ਚ ਐਕਸ-ਰੇ ਚੈਕਿੰਗ ਦੌਰਾਨ ਕੁਝ ਸ਼ੱਕੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਕਤ ਸੋਨਾ ਬਰਾਮਦ ਹੋਇਆ। ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਭਰ ਦੀ ਕਮਾਈ ਦਾ 1-1 ਰੁਪਇਆ ਜੋੜ ਕੇ ਘਰ ਬਣਾਉਣ ਦਾ ਸੁਪਨਾ ਦੇਖਦਾ ਹੈ। ਅਜਿਹਾ ਇਹ ਸੁਪਨਾ ਸਕਾਈ ਲਾਕ ਹਾਊਸਿੰਗ ਅਪਾਰਟਮੈਂਟਸ ਸੈਕਟਰ 115 ਖਰੜ ਜ਼ਿਲ੍ਹਾ ਮੋਹਾਲੀ ਦੇ ਵਸਨੀਕਾਂ ਨੇ ਇਸ ਸੁਸਾਇਟੀ ਵਿੱਚ ਫਲੈਟ ਖਰੀਦ ਕੇ ਪੂਰਾ ਕੀਤਾ, ਪਰ ਉਹਨਾਂ ਦਾ ਇਹ ਫੈਸਲਾ ਹੀ ਉਹਨਾਂ ਲਈ ਨਰਕ ਵਰਗੀ ਜ਼ਿੰਦਗੀ ਜਿਉਣ ਵਰਗਾ ਹੋ ਨਹੀਂ ਬੜਿਆ, ਕਿਉਂਕਿ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਉਹਨਾਂ ਦਾ ਸੁਸਾਇਟੀ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ। ਮੋਹਾਲੀ ਦੇ ਪਿੰਡ ਪਾਪੜੀ ਦੀ ਗ੍ਰਾਮ ਪੰਚਾਇਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਤੇ ਪਿੰਡ ਦੀ 46 ਕਨਾਲ 7 ਮਰਲੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਗ੍ਰਾਮ ਪੰਚਾਇਤ ਮੋਹਾਲੀ ਵਿਚਾਲੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਏ ਗਏ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਤੇ ਕੀਤੇ ਕਬਜ਼ੇ ਛੁਡਾਉਣ ਲਈ ਉਪਰਾਲੇ ਕਰ ਰਹੇ ਹਨ ਤੇ ਦੂਜੇ ਪਾਸੇ ਉਹਨਾਂ ਦੀ ਹੀ ਆਪ ਸਰਕਾਰ ਦਾ ਵਿਧਾਇਕ ਕੁਲਵੰਤ ਸਿੰਘ ਪਿੰਡ ਪਾਪੜੀ ਦੀ 46 ਕਨਾਲ 7 ਮਰਲੇ ਪੰਚਾਇਤੀ ਜ਼ਮੀਨ ਰਾਜਪੁਰਾ ਪਟਿਆਲਾ ਬਾਈਪਾਸ ਮੁਕਤ ਚੌਂਕ ਨੇੜੇ ਦਰਦਨਾਕ 2 ਬੱਸਾਂ ਅਤੇ 1 ਟਰੱਕ ਦੀ ਟੱਕਰ ਹੋ ਗਈ, ਜਿਸ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹਨ ਤੇ ਉਹਨਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ ਤੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ, ਉਹਨਾਂ ਨੂੰ ਚੰਡੀਗੜ੍ਹ PGI ਰੈਫਰ ਕਰ ਦਿੱਤਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀ ਟੱਕਰ ਹੋਣ ਕਰਕੇ ਬੱਸ ਡਰਾਈਵਰ ਪਾਰ ਕਰਕੇ ਦੂਜੇ ਪਾਸੇ ਚਲੀ ਗਈ। ਇੱਕ ਬੱਸ ਦਾ ਟਾਇਰ ਪੰਚਰ ਹੋਣ ਕਰਕੇ ਬੱਸ ਸਾਈਡ ਤੇ ਖੜੀ ਸੀ ਤਾਂ ਪਿਛਲੇ ਪਾਸਿਓਂ ਆ ਰਹੇ ਟੈਂਕਰ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ। ਮੇਰਾ ਜੀਵਨ ਕੁਮਾਰ ਜੀ। ਜੀਵਨ ਜੀ ਕਿਵੇਂ ਹੋਇਆ ਹਾਦਸਾ ਇਹ ਹਾਦਸਾ ਤਾਂ ਜੀ ਟਾਇਰ ਪੈਂਚਰ ਸੀਗਾ ਹੋਇਆ ਇੱਥੇ ਹੀ ਗੱਡੀ ਨੂੰ, ਰਾਤ ਦਾ ਹੋਇਆ ਸੀਗਾ ਟਾਇਰ ਪੈਂਚਰ। ਕੋਈ ਮੈਕਸਿਮਮ 10 ਵਜੇ ਆ ਕੇ ਟੈਂਕਰ ਨੇ ਪਿੱਛੋਂ ਗੱਡੀ ਮਾਰ ਕੇ ਗੱਡੀ ਦੂਜੀ ਸਾਈਡ ਰੌਂਗ ਸਾਈਡ ਟਪਾਤੀ ਹੋਈ ਹੈ। ਉਹ ਟੈਂਕਰ ਵਾਲਾ ਡਰਾਈਵਰ ਫਰਾਰ ਹੋ ਗਿਆ ਜੀ। ਤੇ ਤੁਸੀਂ ਕਿਹੜੀ ਸਾਈਡ ਤੋਂ ਆ ਰਹੇ ਸੀਗੇ ਜੀ? ਮੈਂ ਬਠਿੰਡੇ ਤੋਂ ਚੰਡੀਗੜ੍ਹ ਜਾ ਰਿਹਾ ਸੀ। ਤੇ ਇਹ ਤੁਸੀਂ ਕਿਸ ਤਰ੍ਹਾਂ ਖੜੇ ਸੀ ਉਰੇ ਸਾਈਡ ਤੇ? ਅਸੀਂ ਇੱਥੇ ਡਿਵਾਈਡਰ ਦੇ ਨਾਲ ਗੱਡੀ ਲਾ ਕੇ ਖੜੇ ਹੋਏ ਸੀ, ਪਿੱਛੇ ਝਾੜੀਆਂ ਵਗੈਰਾ ਵੀ ਸਿੱਟੀਆਂ ਹੋਈਆਂ ਦੀਆਂ ਜੀ। ਬਹੁਤ ਮਤਲਬ ਟ੍ਰੈਫਿਕ ਚੱਲਦਾ ਰਿਹਾ। ਫਿਰ ਟਰੱਕ ਡਰਾਈਵਰ ਨੂੰ ਪਤਾ ਨਹੀਂ ਨੀਂਦ ਆ ਗਈ ਜਾਂ ਕੀ ਹੋਇਆ ਜੀ, ਪਤਾ ਨਹੀਂ ਲੱਗਿਆ ਕਿਆ ਹਿੱਟ ਕਰਨ ਤੋਂ ਬਾਅਦ ਗਈ ਉਧਰ। ਹਾਂਜੀ, ਹਿੱਟ ਕਰਨ ਤੋਂ ਬਾਅਦ। ਇਹ ਬੱਸ ਦਾ ਐਕਸੀਡੈਂਟ ਕਿਸ ਤਰ੍ਹਾਂ ਹੋਇਆ? ਇਹ ਬੱਸ ਦਾ ਐਕਸੀਡੈਂਟ ਇਹ ਟੈਂਕਰ ਖੜਾ ਸੀਗਾ ਜੀ, ਇਹ ਸਾਈਡ ਤੇ ਤਾਂ ਹੁਣ ਰਾਤ ਨੂੰ ਲੋਡ ਗੱਡੀ ਆ, ਡਰਾਈਵਰ ਇਹਦਾ ਫਰਾਰ ਹੋ ਗਿਆ ਸੀਗਾ ਜੀ। ਤੇ ਇਹ ਗੱਡੀ ਤੜਕੇ ਪਟਿਆਲੇ ਤੋਂ ਚੰਡੀਗੜ੍ਹ ਆਈ ਸੀਗੀ ਜੀ। ਤੇ ਤੁਸੀਂ ਕੋਈ ਫੋਨ ਨਹੀਂ ਕੀਤਾ ਵੀ ਮੈਨੂੰ ਟਾਇਰ ਦੀ ਵਿਵਸਥਾ ਕਰੋ? ਮੈਂ ਆਪਣੇ ਰਾਤ ਇੰਚਾਰਜਾਂ ਨੂੰ ਫੋਨ ਕੀਤਾ ਸੀਗਾ ਜੀ। ਉਹ ਕਹਿੰਦੇ ਸਾਡੇ ਕੋਲੇ ਨਾ ਤਾਂ ਹੁਣ ਟਾਇਰ ਹੈ ਜੀ ਇਸ ਟਾਈਮ, ਨਾ ਹੀ ਮਿਸਤਰੀ ਹੈ ਜੀ। ਤੇ ਕੀ ਕਾਰਨ ਸਮਝਦੇ ਹੋ ਐਡਾ ਵੱਡਾ ਹਾਦਸਾ ਹੋ ਚੁੱਕਿਆ, ਸਵਾਰੀਆਂ ਜ਼ਖਮੀ ਹੋਈਆਂ? ਹਾਦਸਾ ਦੇਖੋ ਜੀ, ਹੁਣ ਕਾਰਨ ਤਾਂ ਕੁਝ ਪ੍ਰਸ਼ਾਸਨ ਵੀ ਇੱਥੇ ਦਾ ਤੁਹਾਨੂੰ ਪਤਾ ਢਿੱਲਾ ਜੀ, ਕੁਝ ਮਹਿਕਮੇ ਦੇ ਵਰਕਰ ਵੀ ਥੋੜੇ ਢਿੱਲੇ ਆ ਜੀ। ਤੇ ਇਸ ਸਵਾਰੀਆਂ ਦੇ ਨਾਲ ਡਰਾਈਵਰ ਵਗੈਰਾ ਵੀ ਜ਼ਖਮੀ ਹੋਏ? ਹਾਂਜੀ, ਡਰਾਈਵਰ ਕਨੈਕਟਰ ਦੋਨੋਂ ਜ਼ਖਮੀ ਹੈ। ਚਲੋ ਆਓ ਗੁਰਚਰਨ ਜੀ, ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਇਹ ਹਾਦਸਾ ਹੋਇਆ? ਇਹ ਹਾਦਸਾ ਸਰ ਐਕਸੀਡੈਂਟ ਹੋਇਆ ਸੀਗਾ ਜੀ ਰਾਤ। ਇਸ ਦੇ ਸੰਬੰਧਿਤ ਜਦੋਂ ਮੈਨੂੰ ਪਤਾ ਲੱਗਾ ਮੈਂ ਇੱਥੇ ਮੌਕੇ ਤੇ ਪੁੱਜਿਆ। ਜਿਹੜੀ ਮੈਂ ਟ੍ਰੈਫਿਕ ਹੈ ਇਹਨੂੰ ਸਰਵਿਸ ਰੋਡ ਨੂੰ ਕੀਤੇ ਹੋਏ ਆ, ਜਿਹੜੀ ਟ੍ਰੈਫਿਕ ਜਿਹੜੀ ਆਵਾਜਾਈ ਆ ਉਹ ਠੀਕ ਢੰਗ ਨਾਲ ਚੱਲ ਰਹੀ ਹੈ ਜੀ। ਇਹ ਜੇ ਰਾਤ ਨੂੰ ਟ੍ਰੈਫਿਕ ਇਹ ਟਰਾਲਾ ਹਟਾ ਦਿੱਤਾ ਜਾਂਦਾ, ਸਮਝਦੇ ਹੋ ਵੀ ਹਾਦਸਾ ਨਾ ਹੁੰਦਾ? ਇਹ ਸਰ ਚਲੋ ਡਿਊਟੀ ਅਫਸਰ ਜੇਕਰ ਮੇਰੇ ਧਿਆਨ 'ਚ ਹੁੰਦਾ ਤੇ ਮੈਂ ਜ਼ਰੂਰ ਹਟਾਉਣਾ ਸੀਗਾ ਇਸ ਨੂੰ, ਪਰ ਓਵਰਲੋਡ ਹੈ। ਜਿਹੜਾ ਟੈਂਕਰ ਹੈ ਲੁੱਕਦਾ ਭਰਿਆ ਹੋਇਆ, ਇਹਦੇ ਜਿਹੜੇ ਪਿੱਛੋਂ ਐਕਸਲ ਟੁੱਟ ਚੁੱਕੇ ਸੀਗੇ, ਇਹਨਾਂ ਨੂੰ ਇੱਕਦਮ ਤੋਂ ਮਤਲਬ ਕਿ ਹਟਾਉਣਾ ਮੁਸ਼ਕਿਲ ਸੀਗਾ। ਹੁਣ ਕਿੰਨੀ ਕੁ ਦੇਰ 'ਚ ਰੋਡ ਕਲੀਅਰ ਕਰ? ਇਸ ਨੂੰ ਮੈਂ ਹੈਡਰੇ ਲੈਣ ਜਾ ਰਿਹਾ, ਮੇਰੇ ਮੁਲਾਜ਼ਮ ਹੈਡਰੇ ਲੈ ਕੇ ਆ ਰਹੇ ਸਰ। ਇਹ ਬੱਸ ਨੂੰ ਜਿਹੜੇ ਇਹਨਾਂ ਦੇ ਕਰਮਚਾਰੀ ਕੋਈ ਹੈ ਨਹੀਂ, ਟੈਂਕਰ ਤੇ ਬੱਸ ਦੇ ਕਰਮਚਾਰੀ ਤੇ ਹੈ ਨਹੀਂ, ਜਦੋਂ ਉਹ ਹੋਵਾਂਗੇ ਤਾਂ ਮੈਨੂੰ ਬੱਸ ਨੂੰ ਖੜੀ ਕਰਾ ਦਿੱਤੀ ਜਾਏਗੀ। ਠੀਕ ਹੈ। ਖਰੜ ਖੇਤਰ ਅੰਦਰ ਪਈ ਤੇਜ਼ ਬਾਰਿਸ਼ ਕਾਰਨ ਜਿੱਥੇ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੀ, ਉੱਥੇ ਸਾਰਾ ਸ਼ਹਿਰ ਸੜਕਾਂ ਮੀਂਹ ਦੇ ਪਾਣੀ ਨਾਲ ਜਲਥਲ ਹੋ ਗਿਆ ਤੇ ਉੱਥੇ ਖੇਤਾਂ 'ਚੋਂ ਪਾਣੀ ਨੀਵੇਂ ਖੇਤਾਂ ਵੱਲ ਆ ਰਿਹਾ, ਜਿਸ ਕਰਕੇ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਦੁਖੀ ਹੋ ਕੇ ਸਰਕਾਰਾਂ ਨੇ ਕਦੇ ਵੀ ਪਾਣੀ ਦੀ ਨਿਕਾਸੀ ਬਾਰੇ ਨਹੀਂ ਸੋਚਿਆ। ਦੂਜੇ ਪਾਸੇ ਸਾਰੇ ਪੰਜਾਬ ਵਿੱਚ ਜਲਥਲ ਹੋਈ ਪਈ ਬੁਢਲਾਡਾ ਮਾਨਸਾ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇਹਦਾ ਹਾਲ ਹੈ ਕਿਉਂਕਿ ਪਾਈਪਾਂ ਬੰਦ ਕਰ ਰੱਖੀਆਂ ਲੋਕਾਂ ਨੇ, ਪਾਈਪਾਂ ਪੱਟਣ ਨਹੀਂ ਦੇ ਰਹੇ। ਸਾਡੇ ਸਾਰੇ ਘਰਾਂ ਵਿੱਚ ਪਾਣੀ ਭਰਿਆ ਹੋਇਆ, ਉਹ ਦੇਖ ਲਓ ਕਿਤੇ ਕਿੰਨਾ ਪਾਣੀ। ਮੈਂ ਗੋਡੇ ਗੋਡੇ ਪਾਣੀ ਮੈਂ ਖੜਾ ਹਾਂ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਪਾਈਪਾਂ ਪਟਵਾਈਆਂ ਜਾਣ ਤਾਂ ਕਿ ਸਾਡੇ ਘਰਾਂ ਦਾ ਨੁਕਸਾਨ ਨਾ ਹੋਵੇ। ਕੱਲ੍ਹ ਵੀ ਅਸੀਂ ਗਏ ਸੀਗੇ, ਲੋਕਾਂ ਨੇ 3-4 ਬੰਦੇ ਜਿਹੜੇ ਪਾਈਪਾਂ ਪੱਟਣ ਨਹੀਂ ਦਿੰਦੇ ਹੈਗੇ। ਮੇਰੀ ਬੇਨਤੀ ਹੈ MC ਨੂੰ ਵੀ ਤੇ ਆਪਣੇ SDM ਸਾਹਿਬ ਨੂੰ ਕਿ ਪੁਲਿਸ ਬੁਲਾ ਕੇ ਇਹਨਾਂ ਨੂੰ ਪਾਈਪਾਂ ਨੂੰ ਖੁਲਵਾ ਜਾਵੇ ਤਾਂ ਕਿ ਇਹ ਪਾਣੀ ਆਰਾਮ ਨਾਲ ਨਿਕਲ ਸਕੇ। ਧੰਨਵਾਦ ਜੀ। ਪਾਣੀ ਨੂੰ ਲੋਕੀ ਤਰਸ ਰਹੇ ਹਨ। ਗੱਲ ਕਰਦੇ ਹਾਂ ਡੇਰਾ ਬੱਸੀ ਦੇ ਹਲਕਾ ਦੀ, ਜਿੱਥੇ ਸਥਾਨਕ ਲੋਕਾਂ ਲਈ ਪੀਣ ਦਾ ਪਾਣੀ ਤੱਕ ਨਹੀਂ ਹੈ ਤੇ ਲੋਕੀ ਪ੍ਰਾਈਵੇਟ ਟੈਂਕਰ ਮੰਗਵਾ ਕੇ ਪਾਣੀ ਦੀ ਪੂਰਤੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ, ਪਰ ਉਹ ਸਭ ਖੋਖਲੇ ਸਾਬਿਤ ਹੋ ਗਏ ਨੇ। ਕਿੰਨੇ ਟਾਈਮ ਤੱਕ ਆ ਬਸੂਰਾ ਤੋਂ ਪਾਈ ਉਹੀ ਹੋ ਰਿਹਾ। महासिकल वहाँ भी गए, योपा भी गए, सब सारी जगह गए, कहीं हमारी सुनाई नहीं हो रही।
ਕੀ ਕਹਿ ਰਹੇ ਹੋ ਉਹਨਾਂ ਦਾ? बस मैं कह रहे भी चलो आ जाएंगे कोई कुछ नहीं सुनता, बस इतनी कह के अपना घर ਨੂੰ ਆ ਜਾਂਦੇ, ਰੋਲਾ ਰੁੱਕਾ ਸਾ ਪੜਦਾ ਫੇਰ ਆ ਜਾਂਦੇ, ਬਸ ਫੇਰ ਆਪਣਾ ਕਹਦੇ ਆ ਜਾ ਅੱਗੇ ਬਸ। ਜਦੋਂ ਪਾਣੀ ਨਹੀਂ ਆਉਂਦਾ ਤਾਂ ਤੁਸੀਂ ਪਾਣੀ ਦਾ ਇੰਤਜ਼ਾਮ ਫਿਰ ਬਾਹਰ ਤੇ ਥੋੜਾ ਲਿਆ ਕੇ ਆਪਣਾ ਪੂਰਾ ਪੜਦੇ, ਬੱਚਿਆਂ ਨੂੰ ਨਲਾਉਣਾ ਨਹੀਂ ਧੋਣਾ ਕੁਛ ਨਹੀਂ, ਬਹੁਤ ਬੁਰਾ ਹਾਲ। ਮੋਲ ਟੈਂਕਰ ਮੰਗਾਵਾ ਫਿਰ ਆਪਣਾ ਬਾਰੀ ਸੀ ਪਾਣੀ ਤੁਸੀਂ ਬਾਹਰੋਂ ਮੰਗਾਉਂਦੇ ਹੋ? ਹਾਂਜੀ। ਸਾਫ ਸੁਥਰਾ ਹੁੰਦਾ? नहीं वो भी पीला था कल। हाँ वो भी पीला था, वो भी पीला था। ਨਾ ਕੀ ਹੈ? ਮੇਰਾ ਨਾਂ ਅੰਚਲ ਹੈ। ਕਿੰਨੇ ਟਾਈਮ ਤੋਂ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਉਹਦੇ ਬਾਰੇ ਦੱਸੋ? ਮੇਰਾ ਜਦ ਤੋਂ ਵਿਆਹ ਹੋਇਆ ਹੈ ਪਹਿਲਾਂ ਤਾਂ ਪਾਣੀ ਦੀ ਪ੍ਰੋਬਲਮ ਵੇਖ ਹੀ ਰਹੀ ਹਾਂ ਵੀਰ ਜੀ। ਪਾਣੀ ਇੱਥੇ ਆਉਂਦਾ ਹੀ ਨਹੀਂ ਹੈਗਾ। ਸਾਡੇ ਬੱਚਿਆਂ ਨੂੰ ਵੀ ਪ੍ਰੋਬਲਮ ਹੁੰਦੀ ਹੈ, ਸਭ ਨੂੰ ਪ੍ਰੋਬਲਮ ਹੁੰਦੀ ਹੈ ਇੱਥੇ। ਅੱਛਾ, ਇਸ ਪ੍ਰੋਬਲਮ ਨੂੰ ਲੈ ਕੇ ਕਿਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਕੀ ਕਿਹਾ? ਸਾਰਿਆਂ ਨਾਲ ਕੀਤੀ ਹੋਈ ਹੈ, ਸੁਣਦਾ ਨਹੀਂ ਕੋਈ ਵੀ। ਪਾਣੀ ਦੇ ਟੈਂਕਰ ਭੇਜ ਦਿੰਦੇ ਆ, ਹੁਣ ਆਪਾਂ ਕਿਵੇਂ ਪਾਣੀ ਚੱਕੀ ਆਪਣੇ ਘਰਾਂ ਕਿਵੇਂ ਲੈ ਕੇ ਜਾਈਏ ਇਹ ਦੱਸੋ? ਸਾਡੇ ਤੋਂ ਪਾਣੀ ਚੱਕ ਹੁੰਦਾ ਹੈ, ਬਾਲਟੀਆਂ ਚੱਕ ਕੇ ਅਸੀਂ ਆਪਣੇ ਘਰੇ ਲੈ ਕੇ ਜਾਂਦੇ ਆ। ਸਾਡੇ ਬੱਚੇ ਨਹੀਂ ਨਹਾਉਂਦੇ 3 ਦਿਨ ਤੱਕ, ਘਰ ਦਾ ਕੋਈ ਕੰਮ ਨਹੀਂ ਹੁੰਦਾ ਪਾਣੀ ਬਿਨਾ। ਸਾਰੇ ਕੰਮ ਪਾਣੀ ਨਾਲੇ ਹੁੰਦੇ, ਜੇ ਪਾਣੀ ਨਹੀਂ ਹੋਊਗਾ ਅਸੀਂ ਕੀ ਕਰਾਂਗੇ? ਜੇ ਪਾਣੀ ਨਹੀਂ ਆਉਂਦਾ ਤਾਂ ਤੁਸੀਂ ਕਿੱਥੋਂ ਪਾਣੀ ਇਕੱਠਾ ਕਿੱਥੋਂ ਕਰਦੇ ਹੋ, ਕਿੱਥੋਂ ਲਾਉਂਦੇ ਹੋ? ਕਿਸੇ ਤੋਂ ਲੈ ਕੇ ਆਉਂਦੇ ਆ। ਹਾਂ, ਦੂਰ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਹੈ, 2 ਬਾਲਟੀਆਂ ਲਿਆਣੀ ਪੈਂਦੀਆਂ, ਪੋਚਾ ਲੱਗ ਜੇ, ਭਾਂਡੇ ਬਣ ਜਾਣ। ਹਾਂਜੀ, ਸਾਰੀ ਪ੍ਰੋਬਲਮ ਹੈ ਬਿਨਾ ਪਾਣੀ ਦੇ। ਅੱਜ ਖਰੜ ਦੇ ਸਿਵਲ ਹਸਪਤਾਲ ਵਿੱਚ ਅਚਾਨਕ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਪਹੁੰਚ ਗਏ ਤੇ ਉਹਨਾਂ ਵੱਲੋਂ ਖਰੜ ਹਸਪਤਾਲ ਦੀ ਚੈਕਿੰਗ ਵੀ ਕੀਤੀ ਗਈ। ਚੈਕਿੰਗ ਦੌਰਾਨ ਜਿੱਥੇ ਸਿਹਤ ਮੰਤਰੀ ਵੱਲੋਂ ਮਰੀਜ਼ਾਂ ਦਾ ਹਾਲ ਪੁੱਛਿਆ ਗਿਆ, ਉੱਥੇ ਹਸਪਤਾਲ ਵਿੱਚ ਪਈ ਗੰਦਗੀ ਅਤੇ ਵਾਰਡਾਂ ਵਿੱਚ ਬੰਦ ਪਏ ਪੱਖਿਆਂ ਅਤੇ ਬਾਥਰੂਮਾਂ ਵਿੱਚ ਸਫਾਈ ਨਾ ਹੋਣ ਤੇ ਐਸਐਮਓ ਨੂੰ ਵੀ ਵਾਰਨਿੰਗ ਦਿੱਤੀ ਗਈ। ਤੇ ਕੱਲ ਨੂੰ ਸਵੇਰ ਦਾ ਆਪਾਂ ਜੇ ਪਲਾਨ ਬਣਦਾ ਹੋਵੇ सर अज खरड़ आए हैं तो बारे दस थोड़े बस दसो कि सर अज खरड़ आए हैं ਤੇ ਆ ਚੈਕਿੰਗ ਕੀਤੀ ਗਈ ਹੈ ਦੇ ਬਾਰੇ ਨਹੀਂ ਚੈਕਿੰਗ ਕੋਈ ਨਹੀਂ ਕੀਤੀ। ਅਸੀਂ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਮਿਲਣ ਵਾਸਤੇ ਆਏ ਆ ਔਰ ਜਿਹੜਾ ਹੈਗਾ ਲਵੇ ਹਸਪੀਟਲ ਬਣ ਰਿਹਾ ਗਗਨ ਜੀ ਆ ਲਵੇ ਹਸਪੀਟਲ ਬਣ ਰਿਹਾ, ਅਸੀਂ ਜਸਟ ਦੇਖਣ ਹੀ ਆਇਆ ਕਿ ਇਹ ਹਸਪੀਟਲ 'ਚ ਜਿਹੜੀ ਹੈਗੀ ਇਹਦੀ ਬਿਲਡਿੰਗ ਹੈ ਪੂਰਾ ਲੱਗੀ ਹੈ, ਜਿੱਥੇ ਕਮੀ ਪੇਸ਼ੀ ਹੈ। ਬਾਕੀ ਸਾਰਾ ਪਤਾ ਕੀਤਾ ਜੋ ਵੀ ਕਮੀ ਪੇਸ਼ੀ ਹੈ ਹਸਪੀਟਲ 'ਚ ਕੋਈ ਮੈਡੀਸਨ ਦੀ ਜਾਂ ਹੋਰ ਜਿਹੜੀ ਹੈਗੀ ਉਹ ਪੂਰੀ ਕਰ। ਸਰ ਪਤਾ ਲੱਗਿਆ ਵੀ ਆਊਟਸੋਰਸਿੰਗ ਕਰਮਚਾਰੀਆਂ ਨੂੰ ਹਸਪਤਾਲ 'ਚੋਂ ਕੱਢਿਆ ਜਾ ਰਿਹਾ ਕਿ ਸਰਕਾਰ ਦੇ ਕੋਈ ਆਦੇਸ਼ ਹੈ? ਨਹੀਂ ਦੇਖੋ ਮੇਰੇ ਹਜੇ ਧਿਆਨ 'ਚ ਕੁਛ ਇਦਾਂ ਦਾ ਹੈ ਨਹੀਂ, ਜੇ ਕੋਈ ਧਿਆਨ 'ਚ ਜ਼ਰੂਰ ਤੁਹਾਡੇ ਨਾਲ। ਕੇਂਦਰ ਸਰਕਾਰ ਨੇ ਪੰਜਾਬ ਨਾਲ ਧੋਖਾ ਕੀਤਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਐਮਐਸਪੀ 'ਚ ਕੋਈ ਨੁਮਾਇੰਦਗੀ ਨਹੀਂ ਦਿੱਤੀ ਜਦੋਂ ਕਿ ਪੰਜਾਬ ਆਂਦਾ ਤਹਿਤ। ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਐਮਐਸਪੀ ਦੀ ਲੋੜ ਤੇ ਪੰਜਾਬ ਨੂੰ ਹੀ ਕਮੇਟੀ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਖੇਤੀ ਕਰਨ ਦੀ ਜਾਚ ਸਿਖਾਈ ਹੋਵੇ। ਜੇ ਸੂਬੇ ਨੇ ਜਦੋਂ ਦੇਸ਼ ਦੇ ਅੰਦਰ ਅੰਨ ਦਾ ਸੰਕਟ ਸੀਗਾ, ਉਸ ਸਮੇਂ ਸੰਕਟ ਜਿਹੜਾ ਉਹਨੂੰ ਦੂਰ ਕੀਤਾ ਹੋਵੇ, ਪੂਰੇ ਦੇਸ਼ ਨੂੰ ਅੰਨ ਖਵਾਇਆ ਹੋਵੇ। ਸਾਡੇ ਜੇ ਸੂਬੇ ਕੋ ਸਭ ਤੋਂ ਪੁਰਾਣੀ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਹੋਵੇ, ਜੇ ਸੂਬੇ ਨੇ ਚਿੱਟਾ ਇਨਕਲਾਬ ਲਿਆਂਦਾ ਹੋਵੇ, ਜੇ ਸੂਬੇ ਨੇ ਹਰੇ ਇਨਕਲਾਬ ਦੇ ਸਭ ਤੋਂ ਵੱਧ ਰੋਲ ਅਦਾ ਕੀਤਾ ਹੋਵੇ, ਜੇ ਸੂਬੇ ਨੇ ਦੇਸ਼ ਦੀ ਆਜ਼ਾਦੀ ਵਿੱਚ 95% ਕੁਰਬਾਨੀਆਂ ਕੀਤੀਆਂ ਹੋਣ, ਜੇ ਸੂਬੇ ਦੇ ਅੱਜ ਵੀ ਮੁੰਡੇ ਬਾਰਡਰਾਂ ਤੇ ਖੜੇ ਕੁਰਬਾਨੀਆਂ ਕਰ ਰਹੇ, ਕੋਈ ਸੀਆਰਪੀ 'ਚ ਕੋਈ ਫੌਜ 'ਚ, ਉਸ ਸੂਬੇ ਦੇ ਤੁਸੀਂ ਲੋਕਾਂ ਨੂੰ ਕੋਈ ਨੁਮਾਇੰਦਗੀ ਨਹੀਂ ਦੇ ਰਹੇ ਯਾਰ। ਬਹੁਤ ਗਲਤ ਕੀਤਾ ਮੋਦੀ ਨੇ। ਸਾਰੇ ਦੇਸ਼ ਮੋਦੀ ਦਾ ਨਹੀਂ ਹੈ, ਨਾ ਇਹ ਦੇਸ਼ ਬੀਜੇਪੀ ਦਾ। ਇਹ ਦੇਸ਼ ਜਿਹੜਾ ਇਹ ਭਾਰਤੀਆਂ ਦਾ, ਹਿੰਦੁਸਤਾਨੀਆਂ ਦਾ। ਹਰ ਬੰਦੇ ਨੂੰ ਬਰਾਬਰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਅਸੀਂ ਖੇਤੀ ਦੇ ਵਿੱਚ ਦੇਸ਼ ਦੀ ਅਗਵਾਈ ਕਰ ਰਹੇ ਹਾਂ। ਸਾਨੂੰ ਤੁਸੀਂ ਬਾਹਰ ਰੱਖ ਕੇ ਕਿਹੜੀ ਖੇਤੀ ਡਿਵੈਲਪ ਕਰਨੀ ਚਾਹੁੰਦੇ ਜੀ? ਜਿਨ੍ਹਾਂ ਨੂੰ ਲੋੜ ਹੈ ਐਮਐਸਪੀ ਦੀ, ਉਹਨਾਂ ਨੂੰ ਤੁਸੀਂ ਸੱਦ ਨਹੀਂ ਰਹੇ, ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰਦੇ, ਉਹਨਾਂ ਨੂੰ ਤੁਸੀਂ ਕਮੇਟੀ 'ਚ ਨਹੀਂ ਪਾ ਰਹੇ। ਨਾ ਸਾਡੇ ਨਾਲ ਕੋਈ ਗੱਲ ਨਹੀਂ ਹੋਈ, ਨਾ ਕੋਈ ਕੋਸ਼ਿਸ਼ ਨਹੀਂ ਕੀਤੀ, ਕੋਈ ਸਾਨੂੰ ਕਾਲ ਨਹੀਂ ਆਈ। ਉਹਦਾ ਬੇਹੱਦ ਮਤਲਬ ਨਖੇਦੀ ਵਾਲੀ ਮਤਲਬ ਜਿਹੜੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਸਰ ਵਿਰੋਧ ਹੋਇਆ ਸਾਰੇ ਦੇਸ਼ 'ਚ। ਜਿਸ ਬੰਦੇ ਨੂੰ ਉਹਦਾ ਚੇਅਰਮੈਨ ਲਾਤਾ, ਉਹੀ ਬੰਦਾ ਜਿਹਨੇ 3 ਕਾਲੇ ਕਾਨੂੰਨ ਬਣਾਏ ਸੀ। ਕੀ ਅੱਜ ਉਹਦਾ ਖੇਤੀ ਨਾਲ ਕੀ ਸੰਬੰਧ ਹੈ ਜੀ? ਚਾਹੀਦਾ ਤੇ ਕਿ ਟੌਪ ਦਾ ਕੇ ਯੂਨੀਵਰਸਿਟੀ ਦਾ, ਸਾਡੀ ਯੂਨੀਵਰਸਿਟੀ ਕੋ ਲੁਧਿਆਣੇ ਕੋ ਬੜੇ ਟੌਪ ਦੇ ਡਾਕਟਰ ਹੈ, ਚਾਹੀਦਾ ਸੀ ਕੋਈ ਟੌਪ ਦਾ ਖੇਤੀ ਦਾ ਮਾਹਰ, ਚਾਹੇ ਕਿਤੇ ਹੁੰਦਾ ਹਿੰਦੁਸਤਾਨ 'ਚ।
ਉਹਨੂੰ ਮਤਲਬ ਜਿਹੜਾ ਉਹਦਾ ਚੇਅਰਮੈਨ ਲਾਉਣਾ ਚਾਹੀਦਾ। ਮੈਨੂੰ ਦੇਖੋ ਪਤਾ ਨਹੀਂ ਜਥੇਬੰਦੀਆਂ ਨੂੰ ਕਿਹਾ ਕਿ ਨਹੀਂ ਕਿਹਾ, ਪਰ ਜੋ ਜਥੇਬੰਦੀਆਂ ਦਾ ਰਿਐਕਸ਼ਨ ਹੈ ਉਹ ਤੋਂ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਕਿਹਾ, ਝੂਠ ਬੋਲਦੇ ਦਿੱਲੀ ਵਾਲੇ। ਹਾਂ, ਇਹ ਉੱਦਾਂ ਗੱਲਾਂ ਕਰਦੇ। ਤੁਸੀਂ ਅਪਰੋਚ ਕਰੋਗੇ? ਸਵਾਲ ਹੀ ਪੈਦਾ ਨਹੀਂ ਹੁੰਦਾ ਜੀ, ਕਿਉਂ ਅਪਰੋਚ ਕਰੀਏ? ਕੱਲ ਹੀ ਅਪਰੋਚ ਕਰੀ। ਅਸੀਂ ਦੇਸ਼ ਲਈ ਕੁਰਬਾਨੀਆਂ ਕੀਤੀਆਂ ਯਾਰ, ਅਸੀਂ ਦੇਸ਼ ਲਈ ਅੰਨ ਪੈਦਾ ਕੀਤਾ, ਅਸੀਂ ਦੇਸ਼ ਲਈ ਦੁੱਧ ਪੈਦਾ ਕੀਤਾ। ਸਾਡੇ ਮੁੰਡੇ ਉੱਥੇ ਬਾਰਡਰਾਂ 'ਤੇ ਅੱਜ ਵੀ ਮਾਰ ਰਹੇ ਆ। ਅਸੀਂ ਜਾ ਕੇ ਇਹਨਾਂ ਨੂੰ ਕਹੀਏ ਸਾਨੂੰ ਹੁਣ ਕਮੇਟੀ 'ਚ ਪਾਓ, ਉਹਨਾਂ ਨੂੰ ਨਹੀਂ ਪਤਾ ਪੰਜਾਬ ਦਾ ਕੀ ਰੋਲ ਹੈ, ਉਹਨਾਂ ਨੂੰ ਵੀ ਪਤਾ ਪੰਜਾਬ ਦੀ ਖੇਤੀ ਦਾ ਕੀ ਰੋਲ ਹੈ। ਪਿਛਲੇ ਹਫਤੇ ਤੁਹਾਡੀ ਮੁਲਾਕਾਤ ਹੋਈ ਸੀ ਤੋਮਰ ਸਾਹਿਬ ਦੇ? ਨਹੀਂ, ਮੇਰੀ ਉਦੋਂ ਮੁਲਾਕਾਤ ਹੋਈ। ਕਿਹੜੇ ਮੁੱਦੇ ਸੀ? ਨਹੀਂ, ਉਦੋਂ ਤਾਂ ਵੱਖਰੇ ਮੁੱਦੇ ਸੀ, ਇਹਦੇ ਨਵਾਂ ਮੁੱਦਾ ਆ ਗਿਆ। ਉਦੋਂ ਤੇ ਹੋਰ ਕਈ ਮੁੱਦੇ ਉਹਨਾਂ ਨਾਲ ਡਿਸਕਸ ਕੀਤੇ ਸੀਗੇ। ਉਹ ਤਾਂ ਸਾਡੀ ਡਿਊਟੀ ਆ, ਅਸੀਂ ਆਪਣੀ ਸਟੇਟ ਲਈ ਜਾਵਾਂਗੇ, ਪਰ ਕਮੇਟੀਆਂ ਥੋੜ੍ਹੀਆਂ ਮੰਗਣ ਜਾਵਾਂਗੇ ਯਾਰ। ਕਮੇਟੀਆਂ ਮੰਗਣ ਜਾਵਾਂਗੇ ਹੁਣ ਤੋਮਰ ਕੋ ਤੇ ਮੋਦੀ ਕੋ, ਕੱਲ ਨੂੰ ਕਹਿਣਗੇ ਸਾਡੇ ਕੋਲ ਰੋਟੀ ਮੰਗਣ ਵੀ ਆ ਜਾਓ। ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਭਰਾ ਬਲਵਿੰਦਰ ਬੈਂਸ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਸਿਮਰਜੀਤ ਬੈਂਸ ਨੂੰ ਬਰਨਾਲਾ ਜੇਲ੍ਹ ਵਿੱਚ ਤਬਦੀਲ ਕਰਨ ਤੇ ਸਵਾਲ ਉਠਾਏ। ਉਹਨਾਂ ਕਿਹਾ ਕਿ ਉਹਨਾਂ ਨੂੰ ਲਗਾਤਾਰ ਫੇਸਬੁੱਕ ਤੇ ਧਮਕੀਆਂ ਮਿਲ ਰਹੀਆਂ ਹਨ ਤੇ ਇਸ ਦੇ ਸੰਬੰਧ ਵਿੱਚ ਉਹ ਡੀਜੀਪੀ ਪੰਜਾਬ ਦੇ ਮੁੱਖ ਮੰਤਰੀ ਕੋਲ ਸ਼ਿਕਾਇਤ ਵੀ ਕਰ ਚੁੱਕੇ ਨੇ। ਇਸ ਤੋਂ ਇਲਾਵਾ ਕੋਰਟ ਵਿੱਚ ਸਬੂਤ ਪੇਸ਼ ਕੀਤੇ ਗਏ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਔਰ ਅਸਲ 'ਚ ਤੁਹਾਨੂੰ ਬੇਨਤੀ ਕਰਨ ਲਈ ਸੱਦਿਆ ਕਿ ਸਾਡੇ ਪਰਿਵਾਰ 'ਚੋਂ ਛੋਟੇ ਵੀਰ ਸਿਮਰਜੀਤ ਸਿੰਘ ਬੈਂਸ ਨੂੰ ਬਾਰ-ਬਾਰ ਧਮਕੀ ਆਉਂਦੀ ਹੈ ਜਾਨੋਂ ਮਾਰਨ ਦੀ, ਔਰ ਮਾਰਨ ਵਾਲੇ ਇਹ ਕਹਿੰਦੇ ਵੀ ਤੇਰੀ ਛਾਤੀ ਤੇ ਚੜ੍ਹ ਕੇ ਅਸੀਂ ਭੰਗੜਾ ਪਾ ਕੇ ਜਾਵਾਂਗੇ। ਅਸੀਂ ਇਸ ਦੀ ਸ਼ਿਕਾਇਤ ਅੱਜ ਦੀ ਗੱਲ ਨਹੀਂ, ਪਹਿਲਾਂ 27/4/2021 ਨੂੰ ਡੀਜੀਪੀ ਸਿਕਿਉਰਿਟੀ ਸਾਹਿਬ ਨੂੰ ਕੀਤੀ ਸੀ। ਉਹਦੀ ਕਾਪੀ ਹੈ, ਔਰ ਜਿਹੜਾ ਉਦੋਂ ਰਿਟਰਨ ਚਿੱਠੀ ਆਈ ਸੀ ਵੀ ਨਾਲ ਭੇਜੀ ਸੀ ਵੀ ਇਹਨੂੰ ਇਨਕੁਆਇਰੀ ਕਰੋ, ਪਰ ਨੋ ਨੈਸੈਸਰੀ ਐਕਸ਼ਨ ਹੈਜ਼ ਬੀਨ ਟੇਕਨ ਟਿਲ ਡੇਟ। ਕੋਈ ਐਕਸ਼ਨ ਹੋਇਆ ਨਹੀਂ। ਔਰ ਉਸ ਤੋਂ ਬਾਅਦ ਫਿਰ 4/4/2022 ਨੂੰ, ਉਹ 21 ਦੀ ਸੀ, ਇਹ 22 'ਚ ਫਿਰ ਆ ਗਈ। ਇਹ 22 ਨੂੰ ਫਿਰ ਇੱਕ ਧਮਕੀ ਆਉਂਦੀ ਹੈ। ਆ ਲਓ, ਇੰਨਾ ਲੰਬਾ ਮੈਸੇਜ ਬੰਦਾ ਲਿਖਦਾ, ਅਖੀਰ ਤੇ ਲਿਖਦਾ ਤੈਨੂੰ ਦੱਸਤਾ ਸ਼ਰੇਆਮ ਤੇਰੀ ਹਿੱਕ ਤੇ ਚੜ੍ਹ ਕੇ ਭੰਗੜਾ ਪਾਵਾਂਗੇ। ਅਸੀਂ ਫਿਰ ਸਾਰੇ ਸਤਿਕਾਰਯੋਗ ਸਿਕਿਉਰਿਟੀ ਦੇ ਨਾਲ ਸੰਬੰਧਿਤ ਡੀਜੀਪੀ ਸਾਹਿਬ ਤੇ ਹੋਰ ਜਿਹੜੇ ਵੀ ਸੰਬੰਧਿਤ ਸੀ ਉਹਨਾਂ ਨੂੰ ਚਿੱਠੀਆਂ ਪਾਈਆਂ, ਪਰ ਕੋਈ ਇਹਦਾ ਜਵਾਬ ਨਹੀਂ ਆਇਆ। ਤੇ ਹੁਣ ਕੱਲ ਰਾਤ 10 ਵਜੇ ਇੱਕ ਫੇਰ ਸਿਮਰਜੀਤ ਸਿੰਘ ਦੇ ਪੇਜ ਤੇ ਧਮਕੀ ਆਈ ਹੈ। ਉਹਦਾ ਮਜਬੂਨ ਆ ਇਸ ਧਮਕੀ ਦਾ, ਔਰ ਇਹ ਵੀ ਕਹਿੰਦੇ ਆ ਕਿ ਇਹ ਵੀ ਪੈਸੇ ਮੰਗਦੇ ਆ। ਹੁਣ ਸਮਝ ਤੋਂ ਬਾਹਰ ਆ ਵੀ ਜਿਹੜਾ ਵੀ ਬੰਦਾ ਬੋਲਦਾ ਉਹ ਕਹਿੰਦਾ ਪੈਸੇ ਕੱਢ ਆ ਲਓ। ਇਹਦੇ 'ਚ ਤਾਂ ਉਹ ਲਿਖਦੇ ਆ ਵੀ ਤੂੰ ਸਾਨੂੰ ਦਿੱਤੇ ਨਹੀਂ ਤੇ ਹੁਣ ਤੂੰ ਵਕੀਲਾਂ ਨੂੰ ਦੇਈ ਜਾਂਦਾ। ਧਮਕੀ 'ਚ ਲਿਖਦਾ ਬੰਦਾ ਕਿ ਤੂੰ ਵਕੀਲਾਂ ਨੂੰ ਪੈਸੇ ਦੇਈ ਜਾਂਦਾ ਤੇ ਸਾਨੂੰ ਦਿੱਤੇ ਨਹੀਂ, ਹੁਣ ਤੂੰ ਸਾਡੀ ਰੇਂਜ 'ਚ ਆ ਗਿਆ। ਵੀ ਨਾਲ ਲਿਖਦੇ ਆ ਕਿ ਹੁਣ ਅਸੀਂ ਤੇਰਾ ਕੰਮ ਖਤਮ ਕਰਕੇ ਫਿਰ ਅਸੀਂ ਆਪਣਾ ਤੇ ਆਪਣੀ ਜਥੇਬੰਦੀ ਦਾ ਨਾਂ ਵੀ ਦੱਸਾਂਗੇ। ਤੇ ਮੈਂ ਡੀਜੀਪੀ ਸਾਹਿਬ ਨੂੰ, ਡੀਜੀਪੀ ਸਿਕਿਉਰਿਟੀ, ਡੀਜੀਪੀ ਜੇਲ੍ਹ, ਉਹਨਾਂ ਨੂੰ ਸਨਿਮਰ ਬੇਨਤੀ ਕਰਨ ਲਈ ਤੁਹਾਡੇ ਰਾਹੀਂ ਸੱਦਿਆ ਕਿ ਜਿਹੜੇ ਹਾਲਾਤ ਆਹੀ ਹਾਲਾਤ ਪਹਿਲਾਂ ਮੂਸੇ ਵਾਲੇ ਨਾਲ ਵੀ ਹੋਏ ਸੀ, ਉਹਨੂੰ ਵੀ ਚਿੱਠੀਆਂ ਆਉਂਦੀਆਂ ਸੀ ਤੇ ਲਾਈਟਲੀ ਉਹਨਾਂ ਨੂੰ ਲਿਆ ਗਿਆ। ਤੇ ਮੈਂ ਬੇਨਤੀ ਕਰਨ ਲਈ ਤੁਹਾਡੇ ਰਾਹੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ, ਤੁਹਾਨੂੰ ਸੱਦਣਾ ਕੀਤਾ ਹੈ ਕਿ ਇਹ ਜਿਹੜੀ ਚਿੱਠੀ ਹੈ ਇਹਨੂੰ ਵੈਰੀਫਾਈ ਕੀਤਾ ਜਾਏ ਤੇ ਜਿਹੜੇ ਬੰਦੇ ਐਸੀਆਂ ਧਮਕੀਆਂ ਦਿੰਦੇ ਹੈ ਕਿਰਪਾ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ। ਤੇ ਅੱਜ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੀਜੀ ਚਿੱਠੀ ਹੈ। 2 ਵਾਰੀ ਧਮਕੀ ਮੈਨੂੰ ਆਈ, ਮੈਂ ਸੀਪੀ ਸਾਹਿਬ ਨੂੰ ਵੀ ਦੱਸਿਆ। ਤੇ ਇਸ ਧਮਕੀ ਤੋਂ ਬਾਅਦ ਜੇ ਮੇਰੇ ਪਰਿਵਾਰ ਨੂੰ ਕੋਈ ਝਰੀਟ ਲੱਗਦੀ ਹੈ ਤਾਂ ਐਡਮਿਨਿਸਟ੍ਰੇਸ਼ਨ ਸਰਕਾਰ ਜ਼ਿੰਮੇਵਾਰ ਹੋਊਗੀ। ਇਸ ਕਰਕੇ ਮੈਂ ਡੀਜੀਪੀ ਸਾਹਿਬ ਨੂੰ ਸਿਮਰ ਬੇਨਤੀ ਕਰਦਾ ਸਿਰ ਝੁਕਾ ਕੇ ਕਿ ਇਹਨਾਂ ਚਿੱਠੀਆਂ ਦੀ ਤਹਿਕੀਕਾਤ ਕੀਤੀ ਜਾਏ। ਜਿਹੜੇ ਬੰਦੇ ਇਹ ਚਿੱਠੀਆਂ ਲਿਖਦੇ ਆ, ਹੁਣ ਤਾਂ ਸ਼ਰੇਆਮ ਲਿਖਦੇ ਆ, ਲੋ ਇਹਦੇ 'ਚ ਲਿਖਿਆ ਵੀ ਤੂੰ ਸਾਨੂੰ ਪੈਸੇ ਨਹੀਂ ਦਿੰਦਾ, ਇਹ ਵੀ ਪੈਸੇ ਮੰਗਦੇ ਆ। ਇਹ ਜਸਪਾਲ ਹੈ ਕੌਣ ਦੀ ਤੁਹਾਨੂੰ ਪਤਾ ਲੱਗੇ? ਇਹ ਤਾਂ ਹੁਣ ਪੁਲਿਸ ਵੈਰੀਫਾਈ ਕਰੂਗੀ ਨਾ ਜੀ ਕੌਣ ਹੈ। ਇਹ ਉੱਤੇ ਇਹਦਾ ਨਾਮ ਹੈਗਾ ਜਸਪਾਲ ਸਿੰਘ ਜੰਗਾ। ਇਹ ਕਿਸ ਤਰ੍ਹਾਂ ਆਈ ਹੈ ਜੀ ਤੁਹਾਨੂੰ? ਇਹ ਸਿਮਰਜੀਤ ਦੇ ਪੇਜ ਤੇ ਆਈ ਹੈ। ਅੱਛਾ ਜੀ, ਸਿਮਰਜੀਤ ਦੇ
ਜਿਹੜਾ ਪੇਜ ਹੈ, ਪੇਜ WhatsApp ਤੇ Facebook ਦਾ ਨਹੀਂ ਹੁੰਦਾ, ਪੇਜ ਅਲੱਗ ਤੀਸਰੀ ਚੀਜ਼ ਹੈ। ਨਹੀਂ ਪੇਜ ਫੇਸਬੁੱਕ ਦੇ ਪੇਜ ਨੂੰ ਕਹਿੰਦੇ ਆ ਜੋ ਉਹਦੇ ਵਿੱਚ ਆਪਾਂ Facebook ਵਾਲੇ ਨੂੰ, Facebook ਵਾਲਾ ਪੇਜ ਤੇ ਹਾਂ ਮੈਸੇਜ ਵਿੱਚ ਆਈ ਕਿ ਪੋਸਟ ਪਾਈ ਤੋਂ ਨੀਚੇ ਹੋਣਾ ਹਾਂਜੀ ਕੋਈ ਪੋਸਟ ਪਾਈ ਹੋਣਾ ਨੀਚੇ ਕਿ ਮੈਸੇਂਜਰ ਤੁਹਾਨੂੰ Facebook ਤੇ ਪੇਜ ਤੇ ਮੈਸੇਜ ਪਿਆ। ਕਦੋਂ ਦਾ ਕਿੰਨੇ ਵਜੇ ਜੀ ਟਾਈਮ? ਇਹ ਰਾਤ 10 ਵਜੇ ਦੇ ਕਰੀਬ ਹੈ, ਰਾਤੀ 10 ਵਜੇ ਦੇ ਕਰੀਬ ਇਹ ਮੈਸੇਜ ਆਇਆ ਤੇ ਇਹਦੇ 'ਚ ਵੀ ਉਹ ਲਿਖਦੇ ਆ ਵੀ ਅਸੀਂ ਆਪਣਾ ਨਾਂ ਤੇਰਾ ਕੰਮ ਖਤਮ ਕਰਕੇ ਦੱਸਾਂਗੇ। ਤੇ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਸ ਗੱਲ ਨੂੰ ਲਾਈਟਲੀ ਨਾ ਲਿਆ ਜਾਏ, ਕਿਰਪਾ ਕਰਕੇ। ਰੀਡ ਕਰ ਦੋਗੇ ਜੀ ਪੂਰਾ ਕੀ ਲਿਖਿਆ ਹੈ? ਇਹਦੇ 'ਚ ਲਿਖਿਆ, ਪੰਜਾਬੀ 'ਚ ਬੋਲਦੇ ਆ, ਹਾਂਜੀ ਇਹਦੇ 'ਚ ਲਿਖਿਆ ਵੱਡਿਆ ਲੀਡਰਾਂ ਹੁਣ ਵਕੀਲਾਂ ਨੂੰ ਤਾਂ ਕਰੋੜਾਂ ਦਿੰਦਾ ਫਿਰਦਾ। ਅਸੀਂ ਜਦੋਂ ਮੰਗਦੇ ਸੀ ਤਾਂ ਤੂੰ ਕਹਿੰਦਾ ਸੀ ਮੇਰੇ ਕੋਲ ਹੈ ਨਹੀਂ। ਆਇਆ ਸਾਡੀ, ਹੁਣ ਤੂੰ ਆਇਆ ਸਾਡੀ ਰੇਂਜ 'ਚ, ਸਾਡੇ ਸਰਕਲ ਵਿੱਚ। ਪੰਜਾਬ 'ਚ ਅਗਲੇ 4-5 ਦਿਨਾਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਤੇ ਪੰਜਾਬ 'ਚ ਕਈ ਥਾਵਾਂ ਤੇ ਯੈਲੋ ਅਲਰਟ ਵੀ ਜਾਰੀ ਹੈ। ਇਸ ਸੰਬੰਧ 'ਚ ਪੀਯੂ ਦੇ ਮੌਸਮ ਵਿਭਾਗ ਦੇ ਮਾਹਰ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਖੇਤਰਾਂ 'ਚ ਵੀ ਭਾਰੀ ਮੀਂਹ ਪਵੇਗਾ। 3 ਦਿਨਾਂ ਦੇ ਵਿੱਚ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੈਵੀ ਰੇਨਫਾਲ ਹੋ ਸਕਦੀ ਹੈ ਜੀ। ਸੋ ਜਿਹੜਾ IMD ਵੱਲੋਂ ਇਹਦੇ ਲਈ ਯੈਲੋ ਤੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈਗਾ। ਜਿਵੇਂ ਨਾਰਥ ਈਸਟਰਨ ਡਿਸਟ੍ਰਿਕਟਸ ਜਿਹੜੇ ਹੈਗੇ ਨੇ ਉਹਨਾਂ ਵਿੱਚ ਦੋਨੋਂ ਦਿਨ ਹੀ ਔਰੇਂਜ ਅਲਰਟ ਜਾਰੀ ਕੀਤਾ ਗਿਆ, ਜਦੋਂ ਕਿ ਜਿਹੜੇ ਕੁਝ ਮਾਲਵਾ ਤੇ ਦੁਆਬਾ ਦੇ ਡਿਸਟ੍ਰਿਕਟਸ ਨੇ ਉਹਨਾਂ ਵਿੱਚੋਂ ਕੁਝ ਵਿੱਚ ਔਰੇਂਜ ਔਰ ਕੁਝ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ। ਬਟ ਮਤਲਬ ਜ਼ਿਆਦਾ ਹਿੱਸੇ ਜਿਹੜੇ ਪੰਜਾਬ ਦੇ ਹੈਗੇ ਉਹਨਾਂ ਦੇ ਵਿੱਚ ਹੈਵੀ ਰੇਨ ਹੋਣ ਦੇ ਚਾਂਸਸ ਜ਼ਰੂਰ ਹੈਗੇ ਆਉਣ ਵਾਲੇ 2 ਦਿਨ। ਗੜੇਮਾਰੀ ਵੀ ਹੋਣ ਦੀ ਸੰਭਾਵਨਾ ਹੈ? ਜੀ ਬਿਲਕੁਲ ਜੀ, ਲਾਈਟਨਿੰਗ ਜਾਂ ਥੰਡਰ ਸਟਾਰਮਸ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਵੀ ਪੰਜਾਬ ਵਿੱਚ ਕਿਤੇ ਕਿਤੇ ਹੋ ਸਕਦੀਆਂ ਨੇ। ਚੇਤਾਵਨੀ ਕੀ ਹੈ ਮੌਸਮ ਵਿਭਾਗ ਵੱਲੋਂ? ਸ਼ਾਮ ਲੋਕਾਂ ਨੂੰ, ਕਿਸਾਨਾਂ ਨੂੰ ਕੋਈ ਚੇਤਾਵਨੀ ਵੀ ਹੈਗੀ ਇੱਧਰ? ਬਸ ਮੌਸਮ ਵਿਭਾਗ ਵੱਲੋਂ ਇਹੀ ਹੈ ਜੀ ਕਿ ਸਾਰਿਆਂ ਨੂੰ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ। ਤੁਹਾਡੇ ਕੋਈ ਟਰੈਵਲ ਪਲਾਨਸ ਨੇ ਤਾਂ ਅਕੋਰਡਿੰਗਲੀ ਉਹਨਾਂ ਨੂੰ ਤੁਸੀਂ ਕਰੋ, ਕਿਉਂਕਿ ਜੇ ਬਾਰਿਸ਼ ਜ਼ਿਆਦਾ ਹੋਵੇ ਤਾਂ ਇਹਦੇ 'ਚ ਪ੍ਰੋਬਲਮ ਵੀ ਆ ਸਕਦੀ ਹੈ। ਸੋ ਜੇ ਅਵੋਇਡ ਹੋ ਸਕਦਾ ਤਾਂ ਤੁਹਾਨੂੰ ਟਰੈਵਲ ਅਵੋਇਡ ਕਰਨਾ ਚਾਹੀਦਾ। ਇਸੇ ਤਰ੍ਹਾਂ ਵਾਟਰ ਬੋਡੀਜ਼ ਦੇ ਨੇੜੇ ਨਹੀਂ ਜਾਣਾ ਚਾਹੀਦਾ, ਜਾਂ ਤੁਸੀਂ ਕੋਈ ਸ਼ੈਲਟਰ ਲੈ ਰਹੇ ਹੋ ਕਿਸੇ ਵੀਕ ਸਟਰਕਚਰ ਦੇ ਕੋਲ ਨਹੀਂ ਲੈਣੀ ਚਾਹੀਦੀ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਅੰਮ੍ਰਿਤਸਰ 'ਚ ਪੁਲਿਸ ਦੇ ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰਾਂ ਤੋਂ ਬਾਅਦ ਹਰ ਕੋਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਤਾਰੀਫ ਹੋ ਰਹੀ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਸ ਐਨਕਾਊਂਟਰ ਦੇ ਮਾਮਲੇ 'ਚ ਪੰਜਾਬ ਪੁਲਿਸ ਦੀ ਤਾਰੀਫ ਕੀਤੀ। ਮੈਂ ਆਪਣੇ ਵੱਲੋਂ ਸਾਰੀ ਪੰਜਾਬ ਪੁਲਿਸ, ਸਾਡੇ ਪੰਜਾਬ ਦੇ DGP, ਸਾਡੇ ਪੰਜਾਬ ਦੇ IG ਸਾਹਿਬ ਤੇ ਬਾਕੀ DSP ਸਾਹਿਬਾਨ ਤੇ SP ਸਾਹਿਬਾਨ ਤੇ ਬਾਕੀ ਸਾਰੀ ਉਹ ਟੀਮ ਜਿਹੜੀ ਲਗਾਤਾਰ ਸਿੱਧੂ ਮੂਸੇਵਾਲਾ ਸਾਹਿਬ ਦਾ ਜਦੋਂ ਦਾ ਵੀ ਉਹਨਾਂ ਦਾ ਕਤਲ ਹੋਇਆ ਹੈ ਤੇ ਬਹੁਤ ਮਿਹਨਤ ਨਾਲ ਇਹ ਸਾਰੇ ਗੈਂਗਸਟਰ ਦੇ ਮਗਰ ਲੱਗੀ ਹੋਈ ਸੀ। ਤੇ ਦੇਖੋ ਅੰਤ ਕੀ ਹੁੰਦਾ ਜੇ ਤੁਸੀਂ ਕਿਸੇ ਦੇ ਖੂਨ ਨਾਲ ਖੇਡੋਗੇ, ਕਿਸੇ ਦੇ ਗੋਲੀ ਮਾਰੋਗੇ। ਉਹਨਾਂ ਦੇ ਪਰਿਵਾਰ ਤਾਂ ਤੁਸੀਂ ਬਰਬਾਦ ਕੀਤੇ ਹੀ ਦੇਖੇ ਆ ਕਿਸ ਤਰੀਕੇ ਨਾਲ ਮੂਸੇਵਾਲਾ ਸਾਹਿਬ ਦੇ ਪਰਿਵਾਰ ਤੁਹਾਡੇ ਮੂਹਰੇ ਰੋ ਰੋ ਤੋਂ ਹਾਂ ਮਾਰ ਮਾਰ ਆਪਣੇ ਪੁੱਤ ਤੇ ਰੋਇਆ। ਪਰ ਅੱਜ ਉਹੀ ਗੈਂਗਸਟਰ, ਉਹਨਾਂ ਦਾ ਹਾਲਾਤ ਦੇਖੋ ਕੀ ਆ। ਅੱਜ ਉਹਨਾਂ ਦੇ ਘਰ ਦੇ ਵੀ ਰੋਂਦੇ ਹੋਣਗੇ, ਅੱਜ ਉਹਨਾਂ ਦਾ ਪਰਿਵਾਰ ਵੀ ਰੋਊਗਾ। ਕੀ ਫਾਇਦਾ? ਦੋਨੋਂ ਹੀ ਪੰਜਾਬੀ। ਤੇ ਇਹ ਨੁਕਸਾਨ ਕਿਹਦਾ ਹੋਇਆ? ਪਰ ਜਿੱਥੇ ਮੈਂ ਮੁਬਾਰਕਬਾਦ ਦਿੰਦਾ ਕਿਉਂਕਿ ਇਹਨਾਂ ਦੀ ਅਸਲੀ ਜਗ੍ਹਾ ਇਹੀ ਹੈ। ਬਾਅਦ ਚ ਮੁੜ ਕੇ ਤਾਂ ਬੰਦੀ ਸਿੱਖਾਂ ਨੂੰ ਇਹ ਲੋਕਾਂ ਨੂੰ ਛਡਾਉਣ ਪੈ ਜਾਂਦੇ ਆ। ਕਈ ਲੀਡਰ ਸਮਾਂ ਪਏ ਤੇ ਭੁੱਲ ਜਾਂਦੇ ਆ ਵੀ ਇਹਨਾਂ ਦੀਆਂ ਕਰਤੂਤਾਂ ਕੀ ਸੀ। ਇਹਨਾਂ ਨੂੰ ਵੀ ਜੇ ਇਹ ਇਹੋ ਜਿਹੇ ਲੋਕ ਬਚ ਜਾਣ ਤਾਂ ਮੁੜ ਕੇ ਬਥੇਰੇ ਅਕਾਲੀ ਦਲ ਡਰ ਗਿਆ ਜਿਹੜੇ ਇਹਨਾਂ ਨੂੰ ਛਡਾਉਣ ਤੁਰ ਪੈਂਦੇ। ਪਰ ਅੱਜ ਮੈਂ ਸਮਝਦਾ ਇਹਦੀ ਖਾਸ ਤੌਰ ਤੇ ਪੰਜਾਬ ਦੇ DGP ਸਾਹਿਬ ਤੇ ADGP ਤੇ ਸਾਰੀ ਪੁਲਿਸ ਨੂੰ ਬਹੁਤ ਬਹੁਤ ਮੈਂ ਸਮਝਦਾ ਮੁਬਾਰਕਬਾਦ ਆ। ਬਹੁਤ ਵੱਡਾ ਕੰਮ ਉਹਨਾਂ ਨੇ ਦੁਬਾਰਾ ਪੁਲਿਸ ਵਿਸ਼ਵਾਸ ਪੈਦਾ ਕੀਤਾ, ਪੰਜਾਬ ਪੁਲਿਸ ਜਿਹੜਾ ਟੁੱਟ ਚੁੱਕਿਆ ਸੀ। ਇਸ ਗੱਲ ਦਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਲੁਧਿਆਣਾ ਦੇ ਵਿੱਚ ਆਰਥਿਕ ਤੰਗੀ ਦੇ ਚੱਲਦੇ ਇੱਕ ਪਲਾਸਟਿਕ ਕਾਰੋਬਾਰੀ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਧਰਮਪੁਰਾ ਇਲਾਕੇ ਦੇ ਵਿੱਚ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਾਰੋਬਾਰੀ ਜਿਸ ਦਾ ਨਾਮ ਵਿੱਕੀ ਗਾਬਾ ਉਸਦੇ ਘਰ ਦੇ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਤੇ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਇਹ ਸਾਡਾ ਬਾਰੀ ਭਰਾ ਸੀ, 49 ਸਾਲ ਦਾ ਸੀਗਾ। ਪਲਾਸਟਿਕ ਜਿਵੇਂ ਸਰਕਾਰ ਨੇ 1.5 ਮਹੀਨਾ ਪਲਾਸਟਿਕ ਵਾਲਾ ਬੰਦ ਕਰਤਾ ਹੈਗਾ,
ਇਹਦਾ ਪਲਾਸਟਿਕ ਕਾਰੋਬਾਰ ਸੀਗਾ। ਹੁਣ 1.5-2 ਮਹੀਨੇ ਕਾਰੋਬਾਰ ਬੰਦ ਪਏ ਨੇ, ਘਰੇਲੂ ਖਰਚੇ ਹੁੰਦੇ ਨੇ, ਬੈਂਕਾਂ ਦੇ ਲੋਨ ਹੈਗੇ, ਸਭ ਕੁਝ ਹੈਗਾ। ਸਰਕਾਰ ਅਸੀਂ ਪਿਛਲੇ ਦਿਨਾਂ ਸਰਕਾਰ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ, ਸਾਡੀ ਮੀਟਿੰਗ ਨਹੀਂ ਹੋਈ। ਸਰਕਾਰ ਤੱਕ ਮੈਸੇਜ ਪਹੁੰਚਾਇਆ ਸਾਡਾ ਪਲਾਸਟਿਕ ਚਲਾਓ, ਜੋ ਦਿੱਲੀ ਦਾ 75/22 ਕਾਨੂੰਨ ਚੱਲ ਰਿਹਾ ਉਹ ਪਾਸ ਕਰ ਦਿਓ, ਪਰ ਸਾਡੀ ਕੋਈ ਸੁਣਵਾਈ ਨਾ। ਮਾਨ ਸਰਕਾਰ ਸੇ ਸੁਣਵਾਈ ਪਹੁੰਚ ਰਹੀ ਹੈ। ਮਜਬੂਰ ਹੋ ਕੇ ਇਸ ਬੰਦੇ ਨੂੰ ਆਪਣਾ ਸੁਸਾਈਡ ਕਦਮ ਚੁੱਕਣਾ ਪਿਆਗਾ। ਇਹਦੀ ਜ਼ਿੰਮੇਵਾਰ ਆਪ ਸਰਕਾਰ ਹੈਗੀ ਹੈ। ਸਰਕਾਰ ਨਾਲ ਸਾਡੀ ਕੋਈ ਮੁਲਾਕਾਤ ਨਹੀਂ, ਨਾ ਸਾਨੂੰ ਕੋਈ ਬੰਦਾ ਬਾਜ਼ਾਰ 'ਚ ਆਉਂਦਾ ਵੀ ਤੁਸੀਂ ਆਹ ਪਲਾਸਟਿਕ ਚਲਾਓ, ਆਹ ਬੰਦ ਹੈਗਾ, ਨਾ ਸਾਡੀ ਮਾਨ ਸਰਕਾਰ ਤੇ ਸਾਡੀ ਪਹੁੰਚ ਹੋ ਰਹੀ ਹੈ। ਕੋਈ ਜਿੰਨੇ ਲੁਧਿਆਣੇ MLA ਬਣੇ ਕੋਈ ਸਾਡੀ ਸੁਣਵਾਈ ਨਹੀਂ ਕਰ ਰਿਹਾ, ਨਾ ਉਹ ਸਾਡੀ ਉੱਥੇ ਪਹੁੰਚ ਜਾ ਰਹੀ ਹੈਗੀ ਹੈ। ਸਾਨੂੰ ਚਾਹੀਦਾ ਸਾਡੇ ਆਪ ਸਰਕਾਰ ਨਾਲ ਸਾਡੀ ਮੀਟਿੰਗ ਕਰਾਓ, ਮਾਨ ਸਾਹਿਬ ਮੀਟਿੰਗ ਕਰਾਓ, ਸਾਡਾ ਮਸਲਾ ਹੱਲ। ਅੱਜ ਇੱਕ ਸੁਸਾਈਡ ਕੱਲ੍ਹ 10 ਹੋ ਗਏ, ਪਰਸੋਂ 50 ਹੋ ਗਏ। ਜੇ ਪਿਛਲੇ ਦਿਨਾਂ ਕਿਸਾਨਾਂ ਨੇ ਆਪਣੀ ਮੋਰਚਾ ਲਾਇਆ, ਜੇ ਸੁਸਾਈਡ ਕਰ ਲਿਆ ਹੈਗਾ, ਇੱਦਾਂ ਹੀ ਕੰਮ ਸ਼ੁਰੂ ਹੋਗਾ। ਅੱਜ ਸਾਡੇ ਇਤਿਹਾਸ 'ਚ ਪਲਾਸਟਿਕ ਲਾਈ 20 ਜੁਲਾਈ 1922 ਪਹਿਲ ਕਾਲਾ ਦਿਨ ਹੈਗਾ। ਇਹਨੂੰ ਬੰਦ ਕੀਤਾ ਜਾਵੇ, ਪਲਾਸਟਿਕ ਚਲਾਇਆ ਜਾਵੇ, ਮਸਲੇ ਹੱਲ ਕਰਨ। ਸਰਕਾਰ ਆਪਣਾ ਕਠੋਰ ਕਦਮ ਕਰੇ। ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਪਲਾਸਟਿਕ? ਇਹ ਸ਼ੁਰੂ ਆਪਣੇ ਫੈਮਿਲੀ ਨਾਲ ਸ਼ੁਰੂ ਸਾਰੇ ਬਚਪਨ ਤੋਂ ਕੰਮ ਕਰੇ, ਜੋ ਦੇ ਫਾਦਰ ਸਾਹਿਬ ਕੰਮ ਕਰਦੇ 35-40 ਸਾਲ ਤੋਂ। ਪ੍ਰਸ਼ਾਸਨ ਸਰਕਾਰ ਤੋਂ ਕੀ ਮੰਗਣਾ? ਪ੍ਰਸ਼ਾਸਨ ਸਰਕਾਰ ਨੇ ਕੋਈ ਇਹ ਪਲਾਸਟਿਕ ਸਾਡਾ ਚਲੇ, ਸਾਡੀ ਮੰਗਾਂ ਸੁਣੇ, ਸਾਡੇ ਨਾਲ ਮੀਟਿੰਗ ਕਰੇ ਬਹਿ ਕੇ। ਐਨਕਾਊਂਟਰ 'ਚ ਮਾਰੇ ਗਏ ਜਗਰੂਪ ਰੂਪਾ ਦੇ ਰਿਸ਼ਤੇਦਾਰ ਪਹੁੰਚੇ ਅੰਮ੍ਰਿਤਸਰ ਸਿਵਲ ਹਸਪਤਾਲ। ਸ਼ੂਟਰ ਜਗਰੂਪ ਰੂਪਾ ਦੀ ਡੈੱਡ ਬੋਡੀ ਲੈਣ ਲਈ ਪਹੁੰਚੇ ਰਿਸ਼ਤੇਦਾਰ। ਪੋਸਟਮਾਰਟਮ ਤੋਂ ਬਾਅਦ ਜਗਰੂਪ ਦੀ ਡੈੱਡ ਬੋਡੀ ਲੈ ਜਾਣਗੇ ਜਗਰੂਪ ਦੇ ਪਿੰਡ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੋਈ ਲੜਾਈ ਝਗੜੇ ਨਿੱਕੇ ਮੋਟੇ ਹੁੰਦੇ ਨਹੀਂ, ਦੇਖੋ ਉੱਥੇ ਜਾਂਦਾ ਹੁੰਦਾ ਹਾਂ ਬਾਅਦ ਵਿੱਚ ਏਡੀ ਕੋਈ ਗੱਲ ਨਹੀਂ ਹੈਗੀ ਯਾਰ। ਏਡੀ ਵੱਡੀ ਗੱਲ ਹੋ ਜਾਣੀ ਬੜੀ ਵੱਡੀ ਗੱਲ ਹੈ। ਤਾਂ ਕਿੰਨੇ ਕੁ ਮਾਮਲੇ ਪਹਿਲਾਂ ਦਰਜ ਹੈਗੇ ਸੀ ਇੱਥੇ? ਮਾਮਲੇ ਛੋਟੇ ਮੋਟੇ ਚੋਰੀਆਂ ਦੇ ਦਰਜ ਸੀ, ਨਿੱਕੇ ਮੋਟੇ ਚੋਰੀਆਂ ਦੇ ਦਰਜ ਸੀ, ਲੜਾਈ ਝਗੜੇ ਦੇ ਚੋਰੀਆਂ ਦੇ ਦਰਜ ਸੀ। ਅੱਛਾ, ਨਸ਼ਾ ਨੁਸ਼ਾ ਵੀ ਕਹਿੰਦੇ ਕਰਦਾ ਸੀ? ਹਾਂਜੀ, ਨਸ਼ਾ ਵੀ ਕਰਦਾ ਸੀ। ਤਾਂ ਕਿੰਨੀ ਦੇਰ ਤੋਂ ਪਹਿਲਾਂ ਤੋਂ ਬੇਦਖਲ ਕੀਤਾ ਹੋਇਆ ਸੀ? ਇਹ ਬੈਗ ਦਾ 2017-18 ਨੂੰ ਕੀਤਾ ਹੈ। ਉਦੋਂ ਤੋਂ ਬੇਦਖਲ ਕੀਤਾ। ਉਸ ਤੋਂ ਬਾਅਦ ਮੁਲਾਕਾਤ ਨਹੀਂ ਹੋਈ, ਪਿੰਡ ਚ ਆਂਦਾ ਨਹੀਂ? ਨਾ ਪਿੰਡ ਚ ਗਿਆ। ਕਿੰਨਾ ਨਸ਼ਾ ਕਰਦਾ ਸਾਰੇ? ਨਸ਼ਾ ਤੇ ਕੋਈ ਇਤਨਾ ਵੇਖਿਆ ਨਹੀਂ ਜ਼ਿਆਦਾ ਅਸੀਂ ਕਰਦੇ ਨੂੰ। ਗੱਲਾਂ ਇਹ ਵੀ ਉੱਡਦੀਆਂ ਪਈਆਂ ਨੇ ਕਿ ਪਿੰਡ ਵਿੱਚ ਆਇਆ ਨਹੀਂ ਮੁੜ ਕੇ ਤੇ। ਅੱਛਾ, ਗੱਲਾਂ ਇਹ ਵੀ ਉੱਡਦੀਆਂ ਪਈਆਂ ਨੇ ਕਿ ਪਾਕਿਸਤਾਨ ਭੱਜਣ ਦੀ ਫਿਰਾਕ ਵਿੱਚ ਹੈਗਾ ਸੀ, ਇਸ ਕਰਕੇ ਇਹ ਤਾਂ ਉਹਨਾਂ ਨੂੰ ਪਤਾ। ਕੋਈ ਗੱਲਬਾਤ ਫੋਨ ਦੇ ਤੇ ਗੱਲ ਹੀ ਨਹੀਂ ਸੀ? ਫੋਨ ਤੇ ਨਹੀਂ ਕੋਈ ਗੱਲਬਾਤ, ਪਿੰਡ ਦੇ ਵਿੱਚ ਆਇਆ ਨਹੀਂਗਾ, ਜੋ ਬੇਦਖਲ ਕੀਤਾ ਕਿ ਮੁੜ ਕੇ ਵੇਖਿਆ ਨਹੀਂ। ਅੱਛਾ, ਉਹ ਤੋਂ ਵੇਖਿਆ ਨਹੀਂ ਗਿਆ। ਹਾਂ ਜੀ। ਤਾਂ ਪਹਿਲਾਂ ਜਦੋਂ ਲੜਾਈ ਆਖਰੀ ਵਾਰੀ ਕਦੋਂ ਮਿਲੇ ਸੀ? ਆਖਰੀ ਵਾਰੀ ਕਦੋਂ ਮਿਲੇ ਸੀ? ਅਸੀਂ ਤੇ ਆਖਰੀ ਬਹੁਤ 2017-18 ਦੀ ਮਿਲੇ। ਫੋਨ ਤੇ ਗੱਲ ਹੁੰਦੀ ਸੀ ਕਦੀ? ਨਾ ਕੋਈ ਫੋਨ ਤੇ ਗੱਲ, ਫੋਨ ਤੇ ਦੇਖਿਆ ਨਹੀਂ ਕਦੀ ਨੂੰ। ਦੇਖਿਆ ਨਹੀਂ ਹੈ ਕਦੀ। ਅੱਛਾ, ਇੱਕ ਆਰਮੀ ਵਿੱਚ ਵੀ ਇਹਦਾ ਭਰਾ ਸੀ ਹਨਾ, ਉਹਦਾ ਕੀ ਨਾਮ ਆ? ਉਹਦਾ ਨਾਂ ਦਾ ਨਹੀਂ ਮੈਨੂੰ। ਆਰਮੀ ਦੇ ਵਿੱਚ ਹੈਗਾ ਨਾ, ਅਸਲ ਡਿਊਟੀ ਨਿਭਾ ਰਿਹਾ ਦੇਸ਼ ਵਾਸਤੇ। ਹਾਂਜੀ, ਬਿਲਕੁਲ ਦੇਸ਼ ਵਾਸਤੇ ਡਿਊਟੀ ਨਿਭਾ ਰਿਹਾ। ਇਸ ਕੰਮ ਵਿੱਚ ਪੈਣ ਤੋਂ ਪਹਿਲਾਂ ਕੀ ਕਰਦਾ ਸੀਗਾ? ਇਹਨੂੰ ਪੜ੍ਹਾਈ ਕਰਦਾ ਹੈ, ਕੋਈ ਕੰਮ ਕਰ ਰਿਹਾ, ਪੜ੍ਹਾਈ ਕਰਦਾ ਸੀ। ਇਹਦੇ ਬਾਰੇ ਕਹਿੰਦੇ ਵੀ ਲੱਕੜ ਦਾ ਬਹੁਤ ਸੋਹਣਾ ਕਾਰੀਗਰ ਸੀਗਾ। ਹਾਂਜੀ, ਛੋਟਾ ਮੋਟਾ ਕੰਮ ਕਰਦਾ ਸੀ। ਬਾਕੀ ਯਾਰ ਸਿੱਧੂ ਦੇ ਕੇਸ ਦੇ ਵਿੱਚ ਹੀ ਪਤਾ ਲੱਗਾ, ਇਹਦਾ ਪਹਿਲੇ ਕੋਈ ਹੈਗਾ ਨਹੀਂ ਹੈਗਾ। ਭਾਜੀ ਕੌਣ ਜੇ ਤੁਸੀਂ ਥੋੜਾ ਦੱਸਿਓ, ਆਪਣੇ ਬਾਰੇ ਜਾਣਕਾਰੀ ਦਿਓ। ਯਾਰ ਰੁਕ ਜਾਓ, ਸਾਨੂੰ ਕੋਈ ਕਾਰਵਾਈ ਆਪਣੀ ਕਾਰਵਾਈ ਸਾਨੂੰ ਕਰ ਲੈਣ ਦਿਓ। ਆਪਣੇ ਵਿੱਚ ਦੱਸਣ ਨਹੀਂ ਹੈਗੀ। ਅਸੀਂ ਤੇ ਹੁਣ ਉਹਨਾਂ ਛੱਡਿਆ, ਮੁਲਾਜ਼ਮਾਂ ਨੇ ਆਏ ਆ। ਜਗਰੂਪ ਰੂਪੇ ਦੇ ਰਿਸ਼ਤੇਦਾਰ ਜੀ? ਹਾਂਜੀ। ਕੀ ਲੱਗਦੇ ਸੀ ਉਹਨੂੰ? ਅਸੀਂ ਭਰਾ ਹੀ, ਸਾਡੇ ਭਰਾ ਦਾ ਬੇਟਾ ਹੀ ਆ। ਭਾਜੀ ਪਛਾਣ ਕਰ ਲਈ ਤੁਸੀਂ ਉਹਨਾਂ ਦੀ? ਪਛਾਣ ਅਜੇ ਸਾਨੂੰ ਖੜਿਆ ਹੀ ਨਹੀਂ ਉਹਨਾਂ ਲਾਗੇ, ਜਦੋਂ ਜਾਵਾਂਗੇ ਤੇ ਫਿਰ ਅਜੇ ਨਹੀਂ ਲਾਗੇ ਖੜਿਆ। ਕੀ ਕਿਹਾ ਗਿਆ ਪੁਲਿਸ ਵੱਲੋਂ? ਪਛਾਣ ਕਰਨ ਵਾਸਤੇ ਲਿਆ? ਹਾਂਜੀ। ਲਾਸਟ ਪੋਸਟਮਾਰਟਮ ਤੋਂ ਬਾਅਦ ਪ੍ਰੀਤਿਕ ਦੇ ਜਿਹੜੀ ਦੇ ਦਿੱਤੀ ਜੀ, ਤੁਹਾਨੂੰ ਦਿੱਤੀ, ਲੈ ਕੇ ਜਾਓਗੇ ਨਾਲ ਹੀ? ਹੁਣ ਵੇਖੀਏ, ਮੁਲਾਜ਼ਮ ਆਏ ਨਾਲ, ਵੇਖੀਏ ਕੀ ਹੁੰਦਾ ਜੀ। ਅਜੇ ਕੁਝ ਨਹੀਂ ਕਹਿ ਸਕਦੇ ਜਿੰਨਾ ਚਿਰ ਸਾਨੂੰ ਇਹ ਦੱਸਦੇ ਨਹੀਂ ਨਾ। ਅੱਛਾ, ਮਾਤਾ ਪਿਤਾ ਆਏ ਉਹਨਾਂ ਦੇ ਨਾਲ? ਨਹੀਂ, ਬਾਪ ਆਇਆ ਉਹਨਾਂ ਦਾ। ਬਾਪ ਬਾਰੇ ਦੱਸ ਕੇ ਤੁਸੀਂ ਅੱਗੇ ਲੈਣ? ਅਸੀਂ ਜਗਰੂਪ ਦੇ ਰਿਸ਼ਤੇਦਾਰ ਹਾਂ। ਅਸੀਂ ਉਹਦੀ ਬਾਡੀ, ਸਾਨੂੰ ਮੁਲਾਜ਼ਮਾਂ ਸੱਦਿਆ, ਅਸੀਂ ਉਹਦੀ ਬਾਡੀ ਲੈ ਕੇ ਜਾ ਕੇ ਸੰਸਕਾਰ ਕਰਾਂਗੇ। ਦਿੱਲੀ ਤੋਂ ਆਏ ਸਰ, ਇੱਕ ਮਿੰਟ। ਸੰਤੁਸ਼ਟੀ ਹੈ ਸਰ, ਗੈਂਗਸਟਰਾਂ ਦਾ ਖਾਤਮਾ ਹੋਇਆ ਸੀ? ਮੈਂ ਜੋ ਪੁਲਿਸ ਆਪਣਾ ਕੰਮ ਕਰ ਰਹੀ ਹੈ, ਮੈਂ ਕੁਝ ਨਹੀਂ। ਤੁਸੀਂ ਸੰਤੁਸ਼ਟ ਹੈ? ਪਰਿਵਾਰ ਸੰਤੁਸ਼ਟ ਹੈ? ਸਰ ਛੋਟੀ ਜੀ ਦੋ ਸ਼ਬਦ ਹੈ, ਇੱਕ ਸ਼ਰਧਾਂਜਲੀ ਦੇ ਤੌਰ ਤੇ ਹੈ ਜੀ। ਸਾਰੀ ਦੁਨੀਆ ਦੇਖ ਰਹੀ ਤੁਹਾਨੂੰ, ਸਾਰੀ ਦੁਨੀਆ ਦੇਖ ਰਹੀ ਤੁਹਾਨੂੰ। ਕੋਈ ਦੋ ਸ਼ਬਦ ਤੁਸੀਂ ਕਹਿਣਾ ਚਾਹੋਗੇ? ਮੈਂ ਕਹਿੰਦਾ ਪੁਲਿਸ ਵਧੀਆ ਕੰਮ ਕਰ ਰਹੀ ਹੈ। ਤੁਸੀਂ ਸੈਟੀਸਫਾਈਡ ਜੀ? ਤੁਸੀਂ ਸੈਟੀਸਫਾਈਡ? ਪਰਿਵਾਰ ਸੈਟੀਸਫਾਈਡ? ਸਰ ਤੁਹਾਨੂੰ ਧੰਨਵਾਦ, ਤੁਸੀਂ ਪੁਲਿਸ ਦਾ ਧੰਨਵਾਦ ਕੀਤਾ ਸਰ, ਤੁਸੀਂ ਸੈਟੀਸਫਾਈਡ ਜੀ? ਬੀਤੇ ਕੱਲ ਅੰਮ੍ਰਿਤਸਰ ਦੇ ਪਿੰਡ ਭਕਨਾ ਖੁਰਦ ਵਿਖੇ ਹੋਏ ਐਨਕਾਊਂਟਰ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ DGP ਪੰਜਾਬ ਅਤੇ AGTF ਮੁਖੀ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਵਾਰ ਖਤਮ ਕਰ ਦਿੱਤੀ ਜਾਵੇਗੀ ਤੇ ਕਿਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਦੱਸ ਦਈਏ ਕਿ ਬੀਤੇ ਕੱਲ ਹੋਏ ਐਨਕਾਊਂਟਰ 'ਚ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮੰਨੂ ਕੁੱਸਾ ਢੇਰ ਹੋ ਗਏ ਸਨ। ਉਹਨੇ ਰਿਵਿਊ ਮੀਟਿੰਗ ਲਈ ਸੀ, ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਕੱਲ ਦਾ ਐਨਕਾਊਂਟਰ ਹੋਇਆ ਸੀ, ਉਹਦੇ ਬਾਰੇ ਵਿਸਤਾਰਪੂਰਵਕ CM ਸਾਹਿਬ ਦੀ ਬਰੀਫਿੰਗ ਕੀਤੀ ਗਈ ਤੇ CM ਸਾਹਿਬ ਦੇ ਆਦੇਸ਼ਾਂ ਮੁਤਾਬਿਕ ਗੈਂਗਸਟਰਸ ਤੇ ਡਰੱਗਸ ਨੂੰ ਪੰਜਾਬ ਤੋਂ ਪੂਰੀ ਤਰ੍ਹਾਂ ਖਤਮ ਕਰਨ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਹੈਗੇ, ਉਹਨਾਂ ਨੂੰ ਰਿਵਿਊ ਕੀਤਾ ਗਿਆ ਤੇ ਡਿਟੇਲ ਵਿੱਚ
AGTF ਪ੍ਰਮੋਦ ਬਾਨ ਜੀ ਹੈਗੇ, ਗੁਰਮੀਤ ਚੌਹਾਨ ਜੀ ਹੈਗੇ, ਤੇ ਅਸੀਂ ਡਿਟੇਲਡ ਦੇ ਵਿੱਚ ਆਪਰੇਸ਼ਨ ਦੀ ਬਰੀਫਿੰਗ ਕੀਤੀ ਸੀਐਮ ਸਾਹਿਬ ਨੂੰ, ਕਿਵੇਂ ਆਪਰੇਸ਼ਨ ਕੀਤਾ ਗਿਆ ਤੇ ਕਿਸ ਅਫਸਰ ਦਾ ਕਿਵੇਂ ਰੋਲ ਰਿਹਾ, ਤੇ ਰਿਵਿਊ ਤੋਂ ਬਾਅਦ ਇਹ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਗੈਂਗਸਟਰਸ ਦੇ ਖਿਲਾਫ ਇਹ ਜੰਗ ਜਿਹੜੀ ਹੈਗੀ ਜਾਰੀ ਰਹੂਗੀ ਤੇ ਜਦੋਂ ਤੱਕ ਪੰਜਾਬ ਦੇ ਵਿੱਚ ਬਿਲਕੁਲ ਲਾਅ ਐਂਡ ਆਰਡਰ ਟੋਟਲੀ ਅਸੀਂ ਜੜ੍ਹਾਂ ਤੋਂ ਇਸ ਨੂੰ ਸਾਫ਼ ਕਰ ਦਾਂਗੇ, ਗੈਂਗਸਟਰਸ ਨੂੰ ਤੇ ਡਰੱਗਸ ਨੂੰ। ਦੋਸਤੋ ਇਹ ਸਨ ਅੱਜ ਦੀਆਂ ਖਾਸ ਖਬਰਾਂ। ਨਵੀਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।